एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद। आसा महला पहला वार सलोकां नाल सलोक भी महले पहले के लिखे। तुंदे अस राजा की धुनी सलोक महला पहला। बलिहारी गुर अपने त्योहारी सदवार। जिन मानस ते देवते किए कथ न लागी बार। महला दूजा जे सौ चंदा उगवै सूरज चढ़ै हजार। एते चानण होंदियां गुर बिन घोर अंधार। महला पहला नानक गुरु ना चेतनी मन अपने सुचेत। छुटे तिल बुआड़ ज्यों सुने अंदर खेत। खेता अंदर छुटिया कहो नानक सौना। फलियां फुलियां बपुड़े पी तन बिच सुआ पौड़ी। आपी न आप साजियो आपी न रचियो नाओ। दोई कुदरत साजिए कर आसन डिठो जाओ। दाता करता आप तू तुस देवैं करैं पसाओ। तू जानाओ तू जानोई सब सै दे लैसैं जिंद गवाओ। कर आसन डिठो जाओ। सलोक महला पहला। ਇਹ ਵਾਰ ਜਿਵੇਂ ਆਪਾਂ ਸ਼ੁਰੂਆਤ ਵਿੱਚ ਹੀ ਦੇਖ ਚੁੱਕੇ ਹਾਂ ਜੀ, ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਆ। ਗੁਰੂ ਨਾਨਕ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਕੁੱਲ 3 ਵਾਰਾਂ ਵਿੱਚੋਂ ਇਹ ਦੂਜੀ ਵਾਰ ਆਪਾਂ ਪੜ੍ਹ ਰਹੇ ਹਾਂ। ਪਹਿਲੀ ਆਪਾਂ ਮਾਝਕੀ ਵਾਰ ਪੜ੍ਹ ਚੁੱਕੇ ਹਾਂ। ਇਹ ਵਾਰ ਸਾਡੇ ਗੁਰਦੁਆਰਿਆਂ ਦੇ ਅੰਦਰ ਗਾਈ ਜਾਂਦੀ ਹੈ। ਕੀਰਤਨ ਦੇ ਰਾਹੀਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਰੋਜ਼ਾਨਾ ਸਾਡੇ ਘਰਾਂ ਤੱਕ ਗੁਰਦੁਆਰਿਆਂ 'ਚੋਂ ਵੀ ਔਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੀ ਟੀਵੀ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਘਰਾਂ ਤੱਕ ਇਸ ਵਾਰ ਦਾ ਪਾਠ ਕੀਰਤਨ ਦੇ ਰੂਪ ਵਿੱਚ ਰੋਜ਼ ਆ ਰਿਹਾ ਹੈ। ਇਸ ਵਾਰ ਦਾ ਪਾਠ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਸੁਣਦਿਆਂ ਲਗਭਗ ਬਹੁਤ ਸਾਰਾ ਹਿੱਸਾ ਯਾਦ ਵੀ ਹੋਇਆ ਹੁੰਦਾ। ਥੋੜਾ ਜਿਹਾ ਬੋਲੋ, ਬਾਕੀ ਪਾਠ ਬੋਲ ਦਿੰਦੇ ਨੇ ਅੱਗੋਂ, ਕਿਉਂਕਿ ਅਸੀਂ ਰੋਜ਼ਾਨਾ ਸੁਣ ਰਹੇ ਹਾਂ। ਇਹ ਵਾਰ ਜਿਵੇਂ ਉੱਤੇ ਸਰਲੇਖ ਆਪਾਂ ਵੇਖਿਆ, ਆਸਾ ਮਹਿਲਾ ਪਹਿਲਾ ਵਾਰ ਸਲੋਕਾਂ ਨਾਲ, ਸਲੋਕਾਂ ਦੇ ਸਮੇਤ, ਔਰ ਨਾਲ ਜ਼ਿਕਰ ਆ ਰਿਹਾ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ। ਪਰ ਜਦੋਂ ਅਸੀਂ ਵਾਰ ਨੂੰ ਪੜ੍ਹ ਰਹੇ ਹਾਂ ਤਾਂ ਸਾਡੇ ਸਾਹਮਣੇ ਪਹਿਲੀ ਵਾਰ ਵਿੱਚ ਹੀ ਜਿਹੜਾ 2 ਨੰਬਰ ਸਲੋਕ ਹੈ ਗੁਰੂ ਅੰਗਦ ਸਾਹਿਬ ਦਾ ਵੀ ਹੈ, ਪਰ ਉੱਤੇ ਸਰਲੇਖ ਆ ਰਿਹਾ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ। ਤੋ ਇਹਦੀ ਜਿੰਨੀ ਕੁ ਸਮਝ ਲੱਗ ਰਹੀ ਹੈ ਉਹ ਇੰਨੀ ਕੀ ਹੈ ਕਿ ਅਸਲ 'ਚ ਇਸ ਵਾਰ ਦੀਆਂ 24 ਪੌੜੀਆਂ ਨੇ। ਇਹਨਾਂ 24 ਪੌੜੀਆਂ ਦੇ ਨਾਲ ਲਗਭਗ ਗੁਰੂ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ 60 ਸਲੋਕ ਦਰਜ ਹੈ। 60 ਸਲੋਕਾਂ ਵਿੱਚੋਂ 15 ਸਲੋਕ ਗੁਰੂ ਅੰਗਦ ਸਾਹਿਬ ਜੀ ਦੇ ਆ। ਵਧੇਰੇ ਗਿਣਤੀ ਗੁਰੂ ਨਾਨਕ ਸਾਹਿਬ ਜੀ ਦੇ ਸਲੋਕਾਂ ਦੀ ਆ। ਇਸ ਕਰਕੇ ਉੱਪਰ ਸਰਲੇਖ ਵੀ ਇਹੀ ਦੇ ਦਿੱਤਾ ਗਿਆ, ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ, ਯਾਨੀ ਜਿਨ੍ਹਾਂ ਦੀ ਗਿਣਤੀ ਜ਼ਿਆਦਾ ਆ ਉੱਥੇ ਵਿਸਥਾਰ ਵੀ ਉਸੇ ਦਾ ਹੀ ਦੇ ਦਿੱਤਾ ਗਿਆ।
ਇੱਕ ਇਹਦੇ ਚ ਲਾਈਨ ਹੋਰ ਆ ਰਹੀ ਹੈ, ਟੁੰਡੇ ਅਸਰਾਜੇ ਕੀ ਧੁਨੀ। तो टुंडा असराज एक राजकुमार है, ਇਹਦੇ ਬਾਪ ਦਾ ਨਾਂ ਸਾਰੰਗ ਹੈ। ਸਾਰੰਗ ਦੀ ਪਤਨੀ ਚੜ੍ਹਾਈ ਕਰ ਗਈ, ਉਸਨੇ ਦੁਬਾਰਾ ਵਿਆਹ ਕਰਵਾਇਆ। ਔਰ ਇਸ ਕਹਾਣੀ ਦੇ ਮੁਤਾਬਕ ਇਸ ਦੀ ਮਤਰੇਈ ਮਾਂ ਨੇ, ਅਸਰਾਜ ਦੀ ਮਾਂ ਨੇ ਅਸਰਾਜ ਵੱਲ ਮੈਲੀ ਇੱਛਾ ਨਾਲ ਦੇਖਣਾ ਚਾਹਿਆ। ਮਾਂ ਨੇ ਸਾਰੰਗ ਨੂੰ ਸ਼ਿਕਾਇਤ ਲਾਈ ਕਿ ਇਹ ਤੁਹਾਡਾ ਪੁੱਤਰ ਠੀਕ ਨਹੀਂ। ਸਾਰੰਗ ਨੇ ਗੁੱਸੇ ਦੇ ਵਿੱਚ ਆ ਕੇ ਹੁਕਮ ਸੁਣਾਇਆ ਕਿ ਇਸ ਨੂੰ ਵੱਢ ਕੇ ਦੂਰ ਕਿਤੇ ਖੂਹ ਇਤਿਆਦਿਕ ਵਿੱਚ ਸੁੱਟ ਦਿੱਤਾ ਜਾਏ। ਮੰਤਰੀ ਨੂੰ ਹੁਕਮ ਲੱਗਾ, ਮੰਤਰੀ ਨੇ ਸਿਪਾਹੀਆਂ ਨੂੰ ਨਾਲ ਲਿਆ, ਜਲਾਦਾਂ ਨੂੰ ਨਾਲ ਲਿਆ, ਲੈ ਕੇ ਚਲੇ ਗਏ। ਦੂਰ ਜਾ ਕੇ ਉਹਨੇ ਇੰਨਾ ਹੀ ਕਿਹਾ ਕਿ ਅਸਰਾਜ ਨੂੰ ਮਾਰਨਾ ਨਹੀਂ, ਪਰ ਰਾਜੇ ਦਾ ਹੁਕਮ ਵੀ ਹੈ ਕਿ ਇਹਨੂੰ ਵੱਢ ਕੇ ਖੂਹ 'ਚ ਸੁੱਟ ਕੇ ਆਉਣਾ ਹੈ। ਤਾਂ ਅਸੀਂ ਰਾਜੇ ਦਾ ਹੁਕਮ ਵੀ ਪੂਰਾ ਕਰਾਂਗੇ ਤੇ ਅਸਰਾਜ ਦੀ ਜਾਨ ਵੀ ਨਹੀਂ ਜਾਣੀ ਚਾਹੀਦੀ। ਉਹਨੇ ਮੰਤਰੀ ਨੇ ਉੱਥੇ ਜਾ ਕੇ ਅਸਰਾਜ ਦਾ ਇੱਕ ਗੁੱਟ ਵਢਵਾਇਆ ਤੇ ਇਹਨੂੰ ਖੂਹ ਵਿੱਚ ਸਟਵਾ ਦਿੱਤਾ। ਨੇੜਿਓਂ ਲੰਘਦੇ ਰਾਹੀਆਂ ਪਾਂਦੀਆਂ ਨੇ ਆਵਾਜ਼ ਸੁਣੀ, ਅਸਰਾਜ ਨੂੰ ਬਾਹਰ ਕੱਢਿਆ। ਅਸਰਾਜ ਅੱਗੇ ਤੋਂ ਅੱਗੇ ਤੁਰਦਾ ਧੋਬੀਆਂ ਦੇ ਘਰ ਚਲਾ ਗਿਆ। ਉਹਨਾਂ ਦਾ ਬੈਲ ਖੁੱਲ ਗਿਆ। ਇਹ ਬੈਲ ਲੱਭਣ ਗਿਆ, ਸਾਰੀ ਰਾਤ ਲੱਗ ਗਈ। ਜਦੋਂ ਸਵੇਰ ਹੋਈ ਵਾਪਸ ਮੁੜਿਆ ਤਾਂ ਸ਼ਹਿਰ ਦੇ ਦਰਵਾਜ਼ੇ ਸਾਰੇ ਪਾਸਿਓਂ ਬੰਦ ਸੀ। ਉਧਰੋਂ ਦੇਵਨੇਤ ਇਸ ਸ਼ਹਿਰ ਦਾ ਰਾਜਾ ਚੜ੍ਹਾਈ ਕਰ ਗਿਆ, ਅਚਾਨਕ ਚੜ੍ਹਾਈ ਕਰ ਗਿਆ, ਪਰ ਉਹ ਚੋਣ ਕੋਈ ਨਹੀਂ ਕਰਕੇ ਗਿਆ ਇਸ ਕਹਾਣੀ ਦੇ ਮੁਤਾਬਕ। ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜਾ ਸਵੇਰ ਵੇਲੇ ਤੜਕੇ ਪਹਿਲਾਂ ਦਰਵਾਜ਼ਾ ਖੜਕਾਏ ਉਹਨੂੰ ਰਾਜਾ ਬਣਾ ਦਿਓ। ਇਹ ਬੈਲ ਲੱਭਦਾ ਫਿਰਦਾ ਸੀ, ਇਹਨੇ ਦਰਵਾਜ਼ਾ ਖੜਕਾਇਆ, ਸਿਪਾਹੀ ਖੜੇ ਸੀ, ਉਹਨਾਂ ਨੇ ਪਕੜਿਆ। ਇਹਨੇ ਬਥੇਰਾ ਰੌਲਾ ਰੱਪਾ ਪਾਇਆ ਵੀ ਮੇਰਾ ਕੀ ਕਸੂਰ ਹੈ, ਮੈਂ ਤਾਂ ਆਪਣੇ ਕਿਸੇ ਬੈਲ ਦੀ ਭਾਲ ਵਿੱਚ ਇੱਧਰ ਆਇਆ। ਉਹਨਾਂ ਨੇ ਕਿਹਾ ਕਿ ਨਹੀਂ, ਤੂੰ ਦਰਵਾਜ਼ਾ ਖੜਕਾਇਆ ਤੇ ਹੁਣ ਤੈਨੂੰ ਰਾਜ ਮਹਿਲ ਵਿੱਚ ਜਾਣਾ ਪਏਗਾ। ਰਾਜ ਮਹਿਲ ਵਿੱਚ ਲੈ ਕੇ ਗਏ। ਉਹਨਾਂ ਦੀ ਬਣਾਈ ਵਿਉਂਤ ਦੇ ਮੁਤਾਬਕ ਇਹਨੂੰ ਉਹਨਾਂ ਨੇ ਰਾਜ ਭਾਗ ਤੇ ਬਿਠਾਤਾ। ਹੁਣ ਚਲੋ ਜੋ ਵੀ ਉਹਨਾਂ ਦਾ ਮਸਲਾ ਸੀ ਜਾਂ ਜਿੱਦਾਂ ਦਾ ਵੀ ਸੀਗਾ, ਪਰ ਇਹਦੇ ਵਿੱਚ ਰਾਜਕੁਮਾਰ ਵਾਲੇ ਗੁਣ ਸੀ। ਇਹਦੇ ਮੁਤਾਬਕ ਇਹਨੇ ਰਾਜ ਭਾਗ ਬਹੁਤ ਸੋਹਣਾ ਚਲਾਇਆ, ਚੰਗੀ ਤਰ੍ਹਾਂ ਸੰਭਾਲ ਲਿਆ। ਉਧਰੋਂ ਇਹਦੇ ਬਾਪ ਦੇ ਰਾਜ ਵਿੱਚ ਕਾਲ ਪੈ ਗਿਆ, ਲੋਕਾਂ ਨੂੰ ਭੁੱਖਮਰੀ ਪੈ ਗਈ, ਅਨਾਜ ਨਹੀਂ ਮਿਲ ਰਿਹਾ। ਤਾਂ ਸਾਰੰਗ ਨੇ ਇਹ ਕਿਹਾ ਕਿ ਕਿਤਿਓਂ ਕਿਸੇ ਆਲੇ ਦੁਆਲੇ ਚੋਂ, ਦੂਰ ਦਰਾਡੇ ਚੋਂ ਦੇਖੋ ਕੋਈ ਸਾਡੇ ਰਾਜ ਦੀ ਮਦਦ ਕਰ ਸਕਦਾ ਤਾਂ ਪਹੁੰਚ ਕਰੋ। ਸਿਪਾਹੀਆਂ ਨੇ, ਮੰਤਰੀਆਂ ਨੇ ਪਹੁੰਚ ਕੀਤੀ ਤੇ ਅਸਰਾਜ ਨੂੰ ਜਦੋਂ ਪਤਾ ਲੱਗਾ ਕਿ ਮੇਰੇ ਬਾਪ ਦੇ ਰਾਜ ਵਿੱਚ ਕਾਲ ਪਿਆ ਹੋਇਆ, ਉਹਨੇ ਅਨਾਜ ਦਾ ਭੰਡਾਰ ਖੋਲ ਦਿੱਤਾ ਕਿ ਜਿੰਨਾ ਚਾਹੀਦਾ ਦਿਓ। ਹੁਣ ਜਦੋਂ ਉੱਥੇ ਅਨਾਜ ਗਿਆ, ਲੋਕਾਂ ਦੀ ਲੋੜ ਪੂਰੀ ਹੋਈ, ਟਿਕਾ ਆਇਆ, ਤੇ ਸਾਰੰਗ ਨੇ ਕਿਹਾ ਕਿ ਜਿਸ ਰਾਜੇ ਨੇ ਜਿਸ ਰਾਜ ਚੋਂ ਸਾਡੀ ਮਦਦ ਕੀਤੀ ਹੈ, ਆਪਾਂ ਨੂੰ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ। ਔਖੇ ਵੇਲੇ ਸਾਡੀ ਉਹਨਾਂ ਨੇ ਬਾਂਹ ਫੜੀ ਹੈ। ਤੇ ਉਹ ਜਿਹੜਾ ਮੰਤਰੀ ਗੁੱਟ ਵੱਢ ਕੇ ਇਹਨੂੰ ਸੁੱਟ ਕੇ ਆਇਆ ਸੀ, ਉਹਨੇ ਇਹਨਾਂ ਦੀ ਮਿਲਣੀ ਦਾ ਪ੍ਰਬੰਧ ਕਰਾਇਆ। ਮਿਲੇ ਆਪਸ ਵਿੱਚ। ਥੋੜਾ ਜਿਹਾ ਉਹਨੂੰ ਸ਼ੱਕ ਹੋਇਆ ਸਾਰੰਗ ਨੂੰ। ਉਹਨੇ ਪੁੱਛਿਆ ਕਿ ਇਹ ਰਾਜਾ ਆਪਣੇ ਸੰਪਰਕ ਵਿੱਚ ਆਇਆ, ਇਹਨੇ ਆਪਣੀ ਮਦਦ ਕੀਤੀ। ਮੰਤਰੀ ਨੇ ਕਹਿੰਦੇ ਰੋਕਦਿਆਂ ਕਿਹਾ
ਜੋ ਤੁਸੀਂ ਕਹਿਣਾ ਚਾਹੁੰਦੇ ਹੋ ਠੀਕ ਹੈ, ਇਹ ਤੁਹਾਡਾ ਪੁੱਤਰ ਆਸਰਾ ਜੀ ਹੈ। ਸਾਰੰਗ ਬੁੱਢਾ ਸੀਗਾ, ਤੁਰੰਤ ਸਿੰਘਾਸਨ ਤੋਂ ਥੱਲੇ ਹੋਇਆ, ਗੋਡੇ ਲਾ ਕੇ ਹੱਥ ਜੋੜ ਕੇ ਉਹਨੇ ਆਪਣੇ ਪੁੱਤਰ ਕੋਲੋਂ ਮੁਆਫੀ ਮੰਗੀ। ਪੁੱਤਰ, ਮੈਂ ਗਲਤ ਸੀ, ਗਲਤ ਫੈਸਲਾ ਲਿਆ ਸੀ। ਮੈਂ ਕਿਸੇ ਐਸੀ ਕਹਾਣੀ ਵਿੱਚ ਫਸਿਆ ਹੋਇਆ ਸੀਗਾ, ਮੈਂ ਤੇਰੀ ਮਾਂ ਦੇ ਕਹਿਣ ਤੇ ਇਹ ਫੈਸਲਾ ਸੁਣਾ ਦਿੱਤਾ। ਪੁੱਤਰ, ਮੈਨੂੰ ਬਾਅਦ ਵਿੱਚ ਸਾਰੀ ਗੱਲ ਦੀ ਸਮਝ ਲੱਗੀ ਸੀ, ਪਰ ਸਮਾਂ ਹੱਥੋਂ ਨਿਕਲ ਚੁੱਕਾ ਸੀ। ਪਰ ਮੈਨੂੰ ਨਹੀਂ ਸੀ ਪਤਾ ਕਿ ਤੂੰ ਕਿਸੇ ਰਾਜ ਦਾ ਰਾਜ ਪ੍ਰਬੰਧ ਸੰਭਾਲ ਕੇ ਉੱਥੇ ਇੰਨਾ ਵਧੀਆ ਪ੍ਰਬੰਧ ਕਰਕੇ ਬੈਠਾ ਹੈ। ਪਰ ਮੈਨੂੰ ਹੁਣ ਰਾਜਗੱਦੀ ਤੇ ਬੈਠਣ ਦਾ ਕੋਈ ਹੱਕ ਨਹੀਂ। ਜੇ ਤੂੰ ਇੰਨਾ ਵਧੀਆ ਰਾਜ ਪ੍ਰਬੰਧ ਉੱਥੇ ਚਲਾ ਰਿਹਾ ਤੇ ਆਹ ਰਾਜ ਪ੍ਰਬੰਧ ਵੀ ਮੈਂ ਤੇਰੇ ਹਵਾਲੇ ਕੀਤਾ। ਸਾਰੰਗ ਨੇ ਆਪਣਾ ਰਾਜ ਪ੍ਰਬੰਧ ਵੀ ਉਹਦੇ ਹਵਾਲੇ ਕਰ ਦਿੱਤਾ। ਤੋ ਇਹਦੇ ਚੋਂ ਜਿਹੜੀਆਂ ਗੱਲਾਂ ਢਾਡੀਆਂ ਨੇ ਗਾਈਆਂ, ਇੱਕ ਤਾਂ ਆਸ ਰਾਜ ਦਾ ਉੱਚਾ ਕਰੈਕਟਰ ਜਿਹੜਾ ਆ ਉਹ ਉਹਨਾਂ ਨੇ ਬਹੁਤ ਉਭਾਰਿਆ ਕਿ ਆਸ ਰਾਜ ਭਾਵੇਂ ਘਰ ਦੇ ਮਾਹੌਲ ਵਿੱਚ ਕਿਸੇ ਵੀ ਤਰ੍ਹਾਂ ਉਸ ਸਾਰੇ ਜਾਲ ਵਿੱਚ ਫਸ ਸਕਦਾ ਸੀ, ਪਰ ਆਸ ਰਾਜ ਨੇ ਆਪਣਾ ਕਰੈਕਟਰ ਪੂਰਾ ਬਰਾਬਰ ਰੱਖਿਆ। ਉਹਨੇ ਆਪਣੇ ਕਿਰਦਾਰ ਨੂੰ ਦਾਗ ਨਹੀਂ ਲਾਇਆ, ਉਹਨੇ ਕੋਈ ਵੀ ਮੈਲੀ ਇੱਛਾ ਆਪਣੇ ਮਨ 'ਚ ਪੈਦਾ ਨਹੀਂ ਹੋਣ ਦਿੱਤੀ। ਸਜ਼ਾ ਮਿਲੀ, ਉਹਨੇ ਸਜ਼ਾ ਵੀ ਭੁਗਤ ਲਈ। ਰਾਜ ਪ੍ਰਬੰਧ ਵਿੱਚੋਂ ਕੱਢ ਦਿੱਤਾ ਗਿਆ, ਉਹਨੇ ਉਹ ਵੀ ਪ੍ਰਵਾਨ ਕਰ ਲਿਆ। ਦੇਵਨਿਤ ਜੇ ਉਹਨੂੰ ਰਾਜ ਭਾਗ ਪ੍ਰਾਪਤ ਵੀ ਹੋਇਆ, ਫਿਰ ਪਤਾ ਲੱਗਿਆ ਕਿ ਮੇਰੇ ਬਾਪ ਦੇ ਰਾਜ ਵਿੱਚ ਕਾਲ ਪਿਆ। ਉਹਨੇ ਆਪਣੇ ਬਾਪ ਦੇ ਰਾਜ ਵਿੱਚ ਮਦਦ ਕਰਨ ਲਈ ਕੋਈ ਉਹਨੇ ਕਿਸੇ ਤਰ੍ਹਾਂ ਦੀ ਆਪਣੇ ਮਨ 'ਚ ਈਰਖਾ ਰੰਜਿਸ਼ ਨਹੀਂ ਰੱਖੀ, ਸਗੋਂ ਦਿਲ ਖੋਲ ਕੇ ਉਹਨੇ ਆਪਣੇ ਲੋਕਾਂ ਦੀ ਮਦਦ ਕੀਤੀ ਤੇ ਅਖੀਰ ਉਹ ਰਾਜ ਭਾਗ ਆਪਣੇ ਬਾਪ ਵਾਲਾ ਵੀ ਸੰਭਾਲਣ ਵਿੱਚ ਕਾਮਯਾਬ ਹੋ ਗਿਆ। ਤੋ ਇਹਦੀ ਅਸ ਰਾਜ ਦੀ, ਜਿਹਨੂੰ ਟੁੰਡਾ ਕਰਕੇ ਲਿਖਿਆ ਕਿਉਂਕਿ ਉਹਦਾ ਹੱਥ ਵੱਢ ਦਿੱਤਾ ਗਿਆ ਸੀ, ਤਾਂ ਇਹਦੀ ਇੱਕ ਕਹਾਣੀ ਜੇ ਤੁਸੀਂ ਸ਼ਬਦਾਰਥ ਖੋਲੋਗੇ ਤਾਂ ਵੀ ਮਿਲ ਜਾਏਗੀ। ਜੇ ਆਪ ਜੀ ਦਰਪਣ ਪੋਥੀਆਂ ਖੋਲੋਗੇ ਜਾਂ ਬਾਕੀ ਮਹਾਨ ਕੋਸ਼ ਵਗੈਰਾ, ਤਾਂ ਆਪਾਂ ਉਹਨਾਂ ਨੂੰ ਸਾਰਿਆਂ ਥਾਵਾਂ ਤੋਂ ਇਸ ਚੀਜ਼ ਨੂੰ ਪੜ੍ਹ ਵੀ ਸਕਦੇ ਹਾਂ। ਤੋ ਇਸ ਵਾਰ ਦੀਆਂ 24 ਪੌੜੀਆਂ ਨੇ। 24 ਪੌੜੀਆਂ ਦੇ ਨਾਲ ਲਗਭਗ 60 ਸ਼ਲੋਕ ਦਰਜ ਨੇ। 60 ਸ਼ਲੋਕਾਂ ਵਿੱਚੋਂ 15 ਸ਼ਲੋਕ ਗੁਰੂ ਅੰਗਦ ਸਾਹਿਬ ਜੀ ਦੇ ਵੀ ਦਰਜ ਨੇ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਵਾਰ ਜਿਹੜੀ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਕੀਰਤਨ 'ਚ ਗਾਇਨ ਕਰਦੇ ਹਾਂ, ਇਸ ਵਾਰ ਨੂੰ ਥੋੜ੍ਹਾ ਥੋੜ੍ਹਾ ਨਾਲ ਨਾਲ ਅਸੀਂ ਸਮਝਦੇ ਵੀ ਜਾਈਏ, ਤਾਂ ਕਿ ਬਹੁਤ ਸਾਰੇ ਸਾਡੇ ਭਰਮ ਭੁਲੇਖੇ ਜਿਹੜੇ ਆ ਉਹ ਇਸ ਵਾਰ ਦੇ ਵਿੱਚੋਂ ਵੀ ਦੂਰ ਹੋਣਗੇ, ਜਿਵੇਂ ਆਪਾਂ ਪਹਿਲਾ ਪਾਠ ਕੀਤਾ ਹੈ। ਤੋ ਸਤਿਗੁਰੂ ਜੀ ਨੇ ਇਸ ਵਾਰ ਦੀ ਜਿਹੜੀ ਪਹਿਲੀ ਪੌੜੀ ਸਾਡੇ ਲਈ ਰੱਖੀ ਹੈ, ਉਹਦੇ 'ਚ ਤੁਸੀਂ ਧਿਆਨ ਨਾਲ ਦੇਖਣਾ। ਇੱਕ ਸਾਡੇ ਸਮਾਜ ਵਿੱਚ ਆਮ ਮਿੱਥ ਪ੍ਰਚਲਿਤ ਸੀ ਤੇ ਹੈ, ਇੱਕ ਆਮ ਮਿੱਥ ਪ੍ਰਚਲਿਤ ਸੀ ਅਤੇ ਹੈ ਕਿ ਇਸ ਸ੍ਰਿਸ਼ਟੀ ਨੂੰ ਰਚਣ ਵਾਲੇ 3 ਦੇਵਤੇ ਸੀ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਬ੍ਰਹਮੇ ਨੇ ਸਾਜਿਆ, ਵਿਸ਼ਨੂੰ ਨੇ ਇਸ ਨੂੰ ਪਾਲਿਆ ਤੇ ਸ਼ਿਵ ਜੀ ਦੀ ਡਿਊਟੀ ਹੈ ਕਿ ਉਹ ਇਸ ਸਾਰੇ ਚੱਲ ਰਹੇ ਪਸਾਰੇ ਨੂੰ ਸੰਘਾਰ ਕਰੇ। ਮੌਤ ਦਾ ਦੇਵਤਾ ਉਹਨੂੰ ਮਿਥ ਦਿੱਤਾ ਗਿਆ। ਸਤਿਗੁਰੂ ਜੀ ਨੇ ਬਹੁਤ ਕਮਾਲ ਕੀਤੀ। ਪਹਿਲੀ ਗੱਲ ਤਾਂ ਸਤਿਗੁਰੂ ਜੀ ਨੇ ਅਕਾਲ ਪੁਰਖ ਜੀ ਵੱਲ ਧਿਆਨ ਦਿਵਾਉਂਦਿਆਂ ਆਖਿਆ, ਆਪੀ ਨੇ ਆਪ ਸਾਜਿਓ। ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਆਪੀ ਨੇ ਆਪ ਸਾਜਿਓ, ਉਸਨੇ ਆਪਣੇ ਆਪ ਨੂੰ ਆਪ ਹੀ ਸਾਜਿਆ, ਉਹਨੂੰ ਕੋਈ ਬਣਾਉਣ ਵਾਲਾ ਨਹੀਂ। ਫਿਰ ਨਾਲ ਤੁਸੀਂ ਅੱਗੇ ਜਾ ਕੇ ਪਾਠ ਵੇਖੋਗੇ, ਦੋਈ ਕੁਦਰਤ ਸਾਜੀ ਹੈ। ਅਕਾਲ ਪੁਰਖ ਜੀ ਨੇ ਆਪਣੇ ਹੁਕਮ 'ਚ ਹੀ ਇਸ ਕੁਦਰਤ ਨੂੰ ਸਾਜਿਆ। ਤੀਜਾ ਮਸਲਾ ਲਿਆਂਦਾ, ਦਾਤਾ ਕਰਤਾ ਆਪ ਤੂੰ। ਇਸ ਨੂੰ ਬਣਾ ਕੇ ਸ੍ਰਿਸ਼ਟੀ ਨੂੰ, ਇਹਨੂੰ ਦਾਤਾਂ ਦੇਣ ਵਾਲਾ, ਇਹਨੂੰ ਪਾਲਣ ਵਾਲਾ ਵੀ ਓਨਲੀ ਸਿਰਫ ਤੂੰ ਹੀ ਆ। ਦਾਤਾ, ਦੂਜਾ ਸ਼ਬਦ ਰੱਖਿਆ ਕਰਤਾ, ਸ੍ਰਿਸ਼ਟੀ ਦਾ ਕਰਤਾ ਵੀ ਤੂੰ ਆ, ਇਹਨੂੰ ਪਾਲਣ ਵਾਲਾ, ਦਾਤਾਂ ਦੇਣ ਵਾਲਾ ਵੀ ਤੂੰ ਆ। ਵੱਖਰੀਆਂ ਵੱਖਰੀਆਂ ਸ਼ਕਤੀਆਂ ਨਹੀਂ।
ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ ਤੂੰ ਜਾਣੋਈ ਸਭ ਸੈ। ਇਹ ਸਾਰੀ ਸ੍ਰਿਸ਼ਟੀ ਦੇ ਚੱਲ ਰਹੇ ਸਿਲਸਿਲੇ ਨੂੰ ਤੂੰ ਚੰਗੀ ਤਰ੍ਹਾਂ ਜਾਣਦਾ ਹੈ। ਤੂੰ ਜਾਣੋਈ ਸਭ ਸੈ। ਅੱਗੇ ਦੇਖਿਓ, ਦੇ ਲੈਸੈ ਜਿੰਦ, ਜੀਵਾਂ ਨੂੰ ਜਿੰਦ ਦੇ ਕੇ ਲੈਸੈ ਤੂੰ ਲੈ ਲੈਣਾ ਆ, ਯਾਨੀ ਕਿ ਕਿਸੇ ਵੱਖਰੇ ਦੇਵਤੇ ਦਾ ਇੱਥੇ ਕੋਈ ਥਾਂ ਨਹੀਂ। ਦੇ ਲੈਸੈ ਜਿੰਦ ਕਵਾਓ, ਕਵਾਓ ਦਾ ਅਰਥ ਹੈ ਹੁਕਮ। ਆਪਣੇ ਹੁਕਮ ਦੇ ਮੁਤਾਬਕ ਜੀਵਾਂ ਨੂੰ ਜਿੰਦ ਦੇ ਕੇ ਜੀਵਾਂ ਦੀ ਜਿੰਦ ਵਾਪਸ ਲੈ ਲੈਣਾ ਹੈ। ਦਾਤਾ ਵੀ ਤੂੰ ਹੈ, ਪਾਲਣ ਵਾਲਾ, ਕਰਤਾ ਵੀ ਤੂੰ ਹੈ, ਜਿੰਦ ਦੇ ਕੇ ਜਿੰਦ ਲੈਣ ਵਾਲਾ ਵੀ ਤੂੰ ਹੈ। ਔਰ ਇਸ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਤੂੰ ਕਿਸੇ ਵੱਖਰੇ ਥਾਂ ਤੇ ਨਹੀਂ ਬੈਠਾ। ਕਰ ਆਸਣ ਡਿਠੋ ਚਾਓ, ਤੂੰ ਇਹਦੇ ਵਿੱਚ ਬੈਠਾ ਹੈ। ਔਰ ਪਹਿਲੀ ਪੌੜੀ ਨੂੰ ਮੈਂ ਥੋੜਾ ਇਸ ਤਰ੍ਹਾਂ ਤੁਹਾਡੇ ਸਾਹਮਣੇ ਵਿਸਥਾਰ ਦੇ ਰਿਹਾ ਸੀਗਾ। ਔਰ ਇਸੇ ਸਿਲਸਿਲੇ ਦੇ ਅੰਦਰ ਇਸ ਪੌੜੀ ਦੀ ਵਿਆਖਿਆ ਦੇ ਵਿੱਚ ਤੁਸੀਂ ਸ਼ਲੋਕਾਂ ਨੂੰ ਵੇਖੋ। ਜਦੋਂ ਪੌੜੀ ਦੀ ਵਿਆਖਿਆ ਵਿੱਚ ਸ਼ਲੋਕਾਂ ਨੂੰ ਵੇਖੋਗੇ ਤਾਂ ਸਮਝ ਲੱਗੇਗੀ, ਜਿਸ ਸਤਿਗੁਰੂ ਨੇ ਸਾਡੀ ਮੱਤ ਤੇ ਪਏ ਹੋਏ ਸਦੀਆਂ ਦੇ ਪਰਦੇ ਲਾਹ ਦਿੱਤੇ। ਕੋਈ ਕਿਸੇ ਵੱਲ ਵੇਂਦਾ ਸੀ, ਇਹ ਪੈਦਾ ਕਰਨ ਵਾਲਾ, ਇਹ ਪਾਲਣ ਵਾਲਾ, ਇਹ ਮਾਰਨ ਵਾਲਾ। ਵੱਖਰੀਆਂ ਵੱਖਰੀਆਂ ਸ਼ਕਤੀਆਂ ਸਮਾਜ ਦੇ ਅੰਦਰ ਮਿਥ ਦਿੱਤੀਆਂ ਗਈਆਂ। ਮੀਂਹ ਵਾਲੀ ਸ਼ਕਤੀ ਵੱਖਰੀ ਹੈ, ਹਨੇਰੀ ਵਾਲੀ ਵੱਖਰੀ ਹੈ, ਪੈਸੇ ਧਨ ਦੌਲਤ ਵਾਲੀ ਲక్ష్ਮੀ ਵੱਖਰੀ ਹੈ। ਸਭ ਵੱਖਰਾ ਵੱਖਰਾ ਡਿਪਾਰਟਮੈਂਟ ਹੈ। ਸਤਿਗੁਰੂ ਨੇ ਪਹਿਲਾ ਸ਼ਲੋਕ ਰੱਖਿਆ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ। ਗੁਰੂ ਤੋਂ ਬਲਿਹਾਰ ਜਾਂਦੇ ਆ ਕਿਉਂਕਿ ਗੁਰੂ ਨੇ ਸਾਨੂੰ ਖੁਦ ਨੂੰ ਹੀ ਦੇਵਤੇ ਬਣਾ ਦਿੱਤਾ ਹੈ। ਅਸੀਂ ਸਾਰੇ ਹੀ ਰੱਬ ਦੇ ਗੁਣਾਂ ਵਾਲੇ, ਦੇਵੀ ਗੁਣਾਂ ਵਾਲੇ ਹੋ ਗਏ ਆ। ਦੂਜਾ ਸ਼ਲੋਕ ਰੱਖਿਆ ਮਹਾਰਾਜ ਨੇ, ਗੁਰੂ ਤੋਂ ਬਿਨਾਂ ਹਨੇਰਾ ਹੀ ਰਹਿੰਦਾ ਹੈ। ਇਹ ਹਨੇਰਾ ਦੂਰ ਨਹੀਂ ਹੁੰਦਾ, ਇਸ ਹਨੇਰੇ ਨੂੰ ਗੁਰੂ ਹੀ ਦੂਰ ਕਰਦਾ ਹੈ। ਔਰ ਜੇ ਹਨੇਰਾ ਹੋਵੇ ਤੇ ਫਿਰ ਆ ਜਿੰਨੇ ਆਲੇ ਦੁਆਲੇ ਸਾਡੇ ਇਹ ਮਿੱਥਾਂ ਬਣਾਈਆਂ ਗਈਆਂ, ਉਹ ਮਿੱਥਾਂ ਸਿਰ ਤੇ ਸਵਾਰ ਰਹਿੰਦੀਆਂ ਨੇ। ਤੀਜੇ ਸ਼ਲੋਕ ਵਿੱਚ ਨਜ਼ਰ ਮਾਰੋਗੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਆਪਣੇ ਮਨ ਤੋਂ ਸੁਚੇਤ ਹੋ ਕੇ ਗੁਰੂ ਨੂੰ ਚੇਤੇ ਨਹੀਂ ਕਰਦੇ। ਛੁੱਟੇ ਤਿਲ ਬਵਾੜ ਜਿਉ ਸੁਣਿਆ ਅੰਦਰ ਖੇਤ, ਖੇਤੈ ਅੰਦਰ ਛੁੱਟਿਆਂ। ਕਹੋ ਨਾਨਕ ਸੌ ਨਾ। ਜਦੋਂ ਗੁਰੂ ਵਾਲਾ ਪੱਲਾ ਛੁੱਟਦਾ ਹੈ, ਸਿਰ ਦੇ 100 ਖਸਮ ਬਣਦੇ ਨੇ। 100 ਖਸਮ, 3 ਨਹੀਂ, 24 ਨਹੀਂ, 100 ਨਾ, ਸੈਂਕੜੇ। ਵਿੱਚੇ ਕਾਮ ਕ੍ਰੋਧ ਵੀ ਆ ਜਾਣਗੇ, ਵਿੱਚੇ ਆ ਬਾਕੀ ਵੀ ਆ ਜਾਣਗੇ। ਗੁਰੂ ਤੋਂ ਬਿਨਾਂ ਇਹ ਹਨੇਰਾ ਦੂਰ ਜ਼ਿੰਦਗੀ ਦਾ ਨਹੀਂ ਹੁੰਦਾ। ਬਲਿਹਾਰ ਜਾਈਏ ਐਸੇ ਸਤਿਗੁਰੂ ਤੋਂ ਜਿਨ੍ਹਾਂ ਸਾਡੀ ਜ਼ਿੰਦਗੀ ਦਾ ਹਨੇਰਾ ਦੂਰ ਕੀਤਾ ਔਰ ਸਾਨੂੰ ਇਹਨਾਂ ਸਾਰੀਆਂ ਮੁਸੀਬਤਾਂ, ਮੁਸ਼ਕਲਾਂ ਚੋਂ, ਡਰਾਂ ਚੋਂ ਕੱਢ ਕੇ ਸਾਨੂੰ ਸੋਹਣੀ ਸੁਤੰਤਰ ਜ਼ਿੰਦਗੀ ਜਿਉਣ ਲਈ ਪ੍ਰੇਰਿਆ। ਔਰ ਸਾਨੂੰ ਦੱਸਿਆ, ਰੱਬ ਤੁਹਾਡਾ ਭਾਈ ਤੁਹਾਡੇ ਤੋਂ ਦੂਰ ਨਹੀਂ, ਉਹ ਤੁਹਾਡੇ ਵਿੱਚ ਹੀ ਆਸਣ ਲਾ ਕੇ ਤੁਹਾਨੂੰ ਸੰਭਾਲ ਰਿਹਾ ਹੈ। ਇਹ ਪਹਿਲੀ ਪੌੜੀ ਦਾ ਅਸੀਂ ਪਾਠ ਜਿਹੜਾ ਸੁਣਿਆ ਤੇ ਕੀਤਾ ਆ। ਅੱਗੇ ਪੌੜੀਆਂ ਵੀ ਸਾਡੇ ਕੋਲ ਆਉਣਗੀਆਂ, ਅਸੀਂ ਇਦਾਂ ਧਿਆਨ ਨਾਲ ਦੇਖਦੇ ਜਾਇਓ, ਕਿਉਂਕਿ ਮੈਂ ਅੱਜ ਵੀ ਪੜ੍ਹ ਰਿਹਾ ਸੀਗਾ। ਕੁਝ ਵਿਆਖਿਆਕਾਰਾਂ ਦਾ ਇਦਾਂ ਵੀ ਮਤ ਹੈ ਕਿ ਪੌੜੀਆਂ ਸ਼ਲੋਕਾਂ ਨਾਲ ਮੇਲ ਨਹੀਂ ਖਾਂਦੀਆਂ, ਵੀ ਸ਼ਲੋਕਾਂ ਦੀ ਵਿਆਖਿਆ ਕੁਝ ਹੋਰ ਤਰ੍ਹਾਂ ਦੀ ਜਾਂਦੀ ਹੈ, ਪੌੜੀਆਂ ਦੀ ਵਿਆਖਿਆ ਕਿਸੇ ਹੋਰ ਤਰ੍ਹਾਂ ਜਾਂਦੀ ਹੈ। ਨਹੀਂ, ਐਸਾ ਨਹੀਂ ਹੈ। ਪੌੜੀਆਂ ਦੀ ਵਿਆਖਿਆ ਸ਼ਲੋਕਾਂ ਦੀ ਵਿਆਖਿਆ ਨਾਲ ਬਿਲਕੁਲ ਮਿਲਦੀ ਹੈ, ਕੁਝ ਵੱਖਰਾ ਨਹੀਂ। ਜੇ ਸੰਪਾਦਨਾ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ ਹੋਈ ਆ ਤਾਂ ਫਿਰ ਇਹ ਕਿਵੇਂ ਹੋ ਸਕਦਾ ਮਿਲੇ ਨਾ। ਸਾਡੇ ਸਮਝਣ 'ਚ ਫਰਕ ਰਹਿ ਜਾਂਦਾ, ਤਾਂ ਕਰਕੇ ਅਸੀਂ ਇਦਾਂ ਕਈ ਵਾਰੀ ਕਰ ਲੈਂਦੇ ਆ। ਪੌੜੀਆਂ ਦੀ ਵਿਆਖਿਆ ਵਿੱਚ ਸ਼ਲੋਕ ਨਾਲ ਦਰਜ ਕੀਤੇ ਗਏ ਆ। ਹਾਂਜੀ, ਸ਼ਲੋਕ ਮਹਿਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਸੱਚਾ ਤੇਰਾ ਅਮਰ, ਸੱਚਾ ਦੀਵਾਨ,
ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਆਖੈ ਲੱਖ ਕਰੋੜ, ਸੱਚਾ ਸਭ ਤਾਨ ਸੱਚਾ ਸਭ ਜ਼ੋਰ, ਸੱਚੀ ਤੇਰੀ ਸਿਫਤ ਸੱਚੀ ਸਾਲਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਇਨ ਸੱਚ, ਜੋ ਮਰ ਜਮੇ ਸੋ ਕੱਚ ਨਿਕਚ। ਮਹਿਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਮਹਿਚਲ ਥਾਉ, ਵੱਡੀ ਵਡਿਆਈ ਜਾਣੈ ਆਲਾਓ, ਵੱਡੀ ਵਡਿਆਈ ਬੁਝੈ ਸਭ ਭਾਉ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਣਾ ਸਰਬ ਰਜ਼ਾਏ। ਮਹਿਲਾ ਦੂਜਾ ਇਹ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਹਾਂਜੀ, ਇਹ ਗੁਰੂ ਅੰਗਦ ਸਾਹਿਬ ਜੀ ਦਾ ਸ਼ਲੋਕ ਅਸੀਂ ਪੜ੍ਹ ਰਹੇ ਹਾਂ। ਇਹ ਜਗ, ਹਾਂਜੀ, ਕੋਠੜੀ ਸੱਚੇ ਦੀ ਹੈ ਨਾ। ਕੋਠੜੀ ਸੱਚੇ ਦੀ ਆ ਤਾਂ ਸੱਚਾ ਆਪਣੀ ਕੋਠੜੀ ਵਿੱਚ ਹੀ ਰਹਿੰਦਾ ਨਾ। ਆਪਾਂ ਵਾਰ ਦੀ ਪਹਿਲੀ ਪੌੜੀ ਵਿੱਚ ਹੀ ਪੜਿਆ, ਕਰ ਆਸਣ ਡਿਠੋ, ਉਹ ਆਸਣ ਲਾ ਕੇ ਚਾਅ ਨਾਲ ਖੁਸ਼ ਹੋ ਕੇ ਇਸ ਨੂੰ ਦੇਖ ਰਿਹਾ ਹੈ। ਇਸ ਪੌੜੀ 'ਚ ਇਸ ਸ਼ਲੋਕ ਦੀ ਪਾਠ ਕਰਦਿਆਂ ਅਸੀਂ ਵਿਚਾਰ ਵੱਲ ਧਿਆਨ ਦਈਏ। ਇਹ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸੱਚੇ ਦਾ ਇਹਦੇ 'ਚ ਵਾਸ ਵੀ ਹੈ। ਕਈ ਵਾਰੀ ਹੁੰਦਾ ਕਿ ਕੋਠੀ ਤੇ ਬਣਾਈ ਰਹਿੰਦਾ ਬੰਦਾ ਕਿਤੇ ਹੋਰ ਹੈ। ਜੇ ਕੋਠੜੀ ਸੱਚੇ ਦੀ ਹੈ ਤੇ ਸੱਚੇ ਦਾ ਇਹਦੇ 'ਚ ਵਾਸ ਵੀ ਹੈ। ਬਸ ਇੱਕ ਗੱਲ ਚੇਤੇ ਰੱਖ ਲੈਣੀ, ਇਹ ਜਗ ਕੋਠੜੀ ਹੈ ਸੱਚੇ ਦੀ, ਤੇ ਅਸੀਂ ਮਾਣ ਮਹਿਸੂਸ ਕਰੀਏ ਸਾਨੂੰ ਸੱਚੇ ਦੀ ਇਸ ਕੋਠੜੀ 'ਚ ਸਮਾਂ ਮਿਲਿਆ। ਕਿਉਂ ਜੀ? ਸੱਚੇ ਦੀ ਇਸ ਕੋਠੜੀ 'ਚ ਸਮਾਂ ਮਿਲਿਆ। ਅਸੀਂ ਖੁਸ਼ ਹੋ ਕੇ ਸੱਚੇ ਦੀ ਇਸ ਕੋਠੜੀ 'ਚ ਜੋ ਸਾਡੀਆਂ ਜ਼ਿੰਮੇਵਾਰੀਆਂ ਉਹਨੂੰ ਖੂਬ ਸੋਹਣੇ ਢੰਗ ਨਾਲ ਨਿਭਾਈਏ। ਸੱਚੇ ਦੀ ਕੋਠੜੀ 'ਚ ਗੰਦ ਪਾਉਣ ਦਾ ਤੇ ਸਾਨੂੰ ਹੱਕ ਨਹੀਂ ਨਾ ਹੈਗਾ। ਜੇ ਜੱਗ ਸੱਚੇ ਦੀ ਕੋਠੜੀ ਆ ਤੇ ਸੱਚੇ ਦੀ ਕੋਠੜੀ 'ਚ ਗੰਦ ਪਾਉਣ ਦਾ ਤੇ ਸਾਨੂੰ ਹੱਕ ਨਹੀਂ ਨਾ ਹੈਗਾ। ਸਗੋਂ ਇਦਾਂ ਮੰਨ ਲਈਏ ਕਿ ਅਸੀਂ ਤਾਂ ਸੱਚੇ ਦੀ ਇਸ ਕੋਠੜੀ 'ਚ ਸੇਵਾਦਾਰ ਹਾਂ। ਦੂਜੀ ਗੱਲ, ਸਾਨੂੰ ਆਪਣੇ ਮਨ 'ਚ ਇਹ ਵੀ ਬਿਠਾਉਣਾ ਪੈਣਾ ਆ ਕਿ ਅਸੀਂ ਆਮ ਤੌਰ ਤੇ ਨਾ ਲੜਦੇ ਘੁਲਦੇ ਖਿੱਚਦੇ ਇੱਥੇ ਤੱਕ ਵੀ ਆ ਜਾਂਦੇ ਆ ਵੀ ਇਹ ਧਰਤੀ ਤਾਂ ਜੱਬ ਖਾਨਾ ਆ, ਇਹ ਧਰਤੀ ਤਾਂ ਬਸ ਰੋਣ ਚੀਕਣ ਤੇ ਧੱਕਿਆਂ ਧੋੜਿਆਂ ਦਾ ਥਾਂ ਆ। ਜਾਂ ਫਿਰ ਇਹਨੂੰ ਅਸੀਂ ਇਦਾਂ ਮੰਨਦੇ ਆ ਕਿ ਇੱਥੇ ਤਾਂ ਅਸੀਂ ਆ ਜੂਨਾ ਭੋਗਣ ਆ ਰਹੇ ਹਾਂ ਬਸ, ਵੀ ਅਸੀਂ ਕੰਮ ਚੱਜ ਦੇ ਨਹੀਂ ਕੀਤੇ ਤੇ ਇੱਥੇ ਅਸੀਂ ਜੂਨਾ ਭੋਗਣ ਆ ਰਹੇ ਹਾਂ। ਇੱਥੇ ਅਸੀਂ ਜੂਨਾ ਭੋਗਣ ਆ ਰਹੇ ਹਾਂ ਮਤਲਬ ਇਹਦਾ ਹੋਇਆ ਕਿ ਅਸੀਂ ਕਿਤੇ ਹੋਰ ਆ ਰਹੇ ਹਾਂ। ਆਪਾਂ ਆਪੇ ਹੀ ਤੇ ਪੜ ਰਹੇ ਹਾਂ, ਕਰ ਆਸਣ ਡਿਠੋ ਚਾਓ, ਸਾਡਾ ਤਾਂ ਸਾਡੇ ਵਿੱਚ ਹੀ ਹੈ। ਉਹ ਤਾਂ ਆਸਣ ਲਾ ਕੇ ਸਾਡੇ ਵਿੱਚ ਬੈਠਾ। ਫਿਰ ਅਸੀਂ ਹੁਣ ਪੜ ਰਹੇ ਹਾਂ, ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ। ਇਹ ਜੱਗ ਸੰਸਾਰ ਸੱਚੇ ਦੀ ਕੋਠੜੀ ਆ ਤੇ ਸੱਚਾ ਇਹਦੇ ਵਿੱਚ ਰਹਿੰਦਾ। ਤਾਂ ਅਸੀਂ ਕਿਤੇ ਵੱਖਰੇ ਹੋਰ ਗ੍ਰਹਿ ਤੋਂ ਥੋੜਾ ਆਏ ਆ, ਸੱਚੇ ਤੋਂ ਹੀ ਪੈਦਾ ਹੋਇਆ ਨਾ ਸਾਰਾ ਕੁਝ। ਤੇ ਸੱਚਾ ਕਿੱਥੇ ਹੈ? ਸਾਡੇ ਵਿੱਚ।
ਜੇ ਸੱਚਾ ਵੀ ਇਸੇ ਧਰਤੀ ਤੇ ਹੈ, ਜੇ ਸੱਚਾ ਵੀ ਇਸੇ ਧਰਤੀ ਤੇ ਆਸਣ ਲਾ ਕੇ ਬੈਠਾ ਹੈ, ਇਸੇ ਕੋਠੜੀ ਵਿੱਚ ਰਹਿੰਦਾ ਹੈ, ਤਾਂ ਇਹ ਸਜ਼ਾ ਭੁਗਤਣ ਵਾਲਾ ਥਾਂ ਨਹੀਂ। ਇਹ ਸਜ਼ਾ ਭੁਗਤਣ ਵਾਲਾ ਥਾਂ ਨਹੀਂ। ਅਸੀਂ ਇਸ ਮਿਲੇ ਹੋਏ ਸਮੇਂ ਨੂੰ, ਇਸ ਮਿਲੀ ਹੋਈ ਮਾਨਸ ਦੇਹ ਨੂੰ ਸਜ਼ਾ ਦਾ ਰੂਪ ਮੰਨ ਰਹੇ ਹਾਂ ਕਿ ਸਾਨੂੰ ਤਾਂ ਸਜ਼ਾ ਮਿਲੀ, ਅਸੀਂ ਤੇ ਜੂਨਾ ਭੋਗਣ ਆਏ ਆ। ਮਹਾਰਾਜ ਜਿਹੜਾ ਵੇਖੋ ਚੜ੍ਹਾਈ ਕਰ ਜਾਂਦਾ, ਉਹਦੀਆਂ ਅਰਦਾਸਾਂ ਵੀ, ਸੱਚਿਆ ਪਾਤਸ਼ਾਹ ਇਹਨੂੰ ਸਦੀਵ ਹੀ ਆਪਣੇ ਚਰਨਾਂ 'ਚ ਨਿਵਾਸ ਬਖਸ਼ ਲਾ, ਸੱਚਿਆ ਪਾਤਸ਼ਾਹ ਇਹਨੂੰ ਨਾ ਕੱਢ ਲਾ। ਸੱਚਾ ਪਾਤਸ਼ਾਹ ਕੱਢ ਤਾਂ ਲਵੇ, ਗੱਲ ਇਹ ਆ ਕਿ ਸਾਨੂੰ ਨਿਕਲਣ ਦੀ ਜਾਂਚ ਵੀ ਤਾਂ ਹੋਵੇ, ਸਾਨੂੰ ਵੀ ਤਾਂ ਨਿਕਲਣ ਦੀ ਜਾਂਚ ਹੋਵੇ ਨਾ। ਔਰ ਗੁਰੂ ਸਾਨੂੰ ਸਦਾ ਹੀ ਸਾਰੀ ਜ਼ਿੰਦਗੀ ਅਗਵਾਈ ਦਿੰਦਾ ਹੈ ਵੀ ਨਿਕਲਣਾ ਸਿੱਖ ਲਓ। ਇੱਕ ਵਿਚਾਰ ਕਹਿ ਕੇ ਆਪਾਂ ਅੱਗੇ ਚੱਲਦੇ ਹਾਂ। ਕਬੀਰ ਸਾਹਿਬ ਜੀ ਦਾ ਬੋਲ ਵੇਖੋ, ਫਾਸਨ ਕੀ ਵਿਦ ਸਭ ਕੋ ਜਾਣੈ। ਫਸਣ ਦੀ ਵਿਧੀ ਸਾਰਿਆਂ ਨੂੰ ਆਉਂਦੀ ਹੈ। ਫਾਸਨ ਕੀ ਵਿਦ ਸਭ ਕੋ ਜਾਣੈ, ਛੂਟਣ ਕੀ ਇੱਕ ਕੋਈ। ਇਹਦੇ ਚੋਂ ਨਿਕਲਣ ਦਾ ਤੇ ਕਿਸੇ ਇੱਕ ਅੱਧੇ ਨੂੰ ਹੀ ਵੱਲ ਆ ਰਿਹਾ ਹੈ, ਬਾਕੀ ਫਸਣ ਵਾਸਤੇ ਤੇ ਸਾਰੇ ਹੀ ਤਿਆਰ ਨੇ। ਤਾਂ ਗੁਰੂ ਪਿਆਰਿਓ, ਇਹ ਸੰਸਾਰ ਸੱਚੇ ਦੀ ਕੋਠੜੀ ਆ, ਇਹਦੇ 'ਚ ਸੇਵਾਦਾਰੀ ਮਿਲੀ ਆ। ਇੱਥੇ ਜ਼ਿੰਮੇਵਾਰੀਆਂ ਅਸੀਂ ਆਪਣੀਆਂ ਜੋ ਬਣਦੀਆਂ ਉਹਨੂੰ ਬਾਖੂਬੀ ਨਿਭਾਈਏ, ਸੱਚੇ ਦੀ ਕੋਠੜੀ 'ਚ ਗੰਦ ਨਾ ਪਾਈਏ, ਸੱਚੇ ਦੀ ਕੋਠੜੀ ਦੀਆਂ ਕੰਧਾਂ ਕਾਲੀਆਂ ਨਾ ਕਰੀਏ, ਸੱਚੇ ਦੀ ਕੋਠੜੀ 'ਚ ਮਾਣ ਨਾਲ ਰਹੀਏ। ਇਹ ਸਜ਼ਾ ਭੁਗਤਣ ਦਾ ਥਾਂ ਨਹੀਂ ਹੈ, ਇਹ ਸਜ਼ਾ ਭੁਗਤਣ ਦਾ ਥਾਂ ਨਹੀਂ ਹੈ। ਜੀਣਾ ਸਿੱਖ ਲਈਏ ਤੇ ਅਰਦਾਸ ਕਰੀਏ, ਸੱਚਿਆ ਪਾਤਸ਼ਾਹ ਜਿੰਨੀ ਵਾਰੀ ਵੀ ਤੇਰਾ ਜੀ ਕਰੇ, ਜਿੰਨੀ ਵਾਰੀ ਵੀ ਹੋ ਸਕਦਾ ਹੈ, ਵਾਰ-ਵਾਰ ਇਸ ਕੋਠੜੀ ਦੀ ਸੇਵਾਦਾਰੀ ਬੋਲੋ ਮਿਲਦੀ ਰਵੇ। ਕੀ ਫਰਕ ਆ? ਐਵੇਂ ਡਰੀ ਜਾਂਦੇ ਆ, ਤਰਪਕੀ ਜਾਂਦੇ ਆ। ਨਾ ਨਾ ਨਾ, ਮੁੜ ਕੇ ਨਾ ਕਲਾਈ, ਮੁੜ ਕੇ ਕਿਉਂ ਨਾ ਕਲਾਈ, ਕਿਉਂ ਨਾ ਕਲਾਈ। ਸਾਰੇ ਬੈਠੇ ਨੇ, ਜਾਣਕਾਰ ਨੇ ਸਾਰੇ। ਕੰਵਰ ਸਾਹਿਬ ਆਮ ਤੌਰ ਤੇ ਕਹਿੰਦੇ ਹੁੰਦੇ ਸੀ, ਜੇ ਉਹਨੇ ਸੁਣੀ, ਜੇ ਆਖੇ ਲੱਗਿਆ ਤਾਂ ਮੈਂ ਤਾਂ ਫੇਰ ਆਉਂਗਾ, ਤੇ ਓਨੀ ਦੇਰ ਤੱਕ ਆਉਂਗਾ ਜਿੰਨੀ ਦੇਰ ਤੱਕ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੂਰ ਦੁਰਾਡੇ ਤੱਕ ਇਦਾਂ ਹੀ ਜਿਵੇਂ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਉੱਥੋਂ ਤੱਕ ਫੈਲ ਨਹੀਂ ਜਾਂਦੀ। ਤਾਂ ਸਾਨੂੰ ਤਾਂ ਮਾਣ ਹੋਣਾ ਚਾਹੀਦਾ ਹੈ, ਕੋਈ ਦਿੱਕਤ ਨਹੀਂ। ਸੇਵਾਦਾਰੀ ਦਾ ਮੌਕਾ ਬਣੇ, ਖੁੱਲ ਕੇ ਖੁਸ਼ ਹੋ ਕੇ ਜ਼ਿੰਮੇਵਾਰੀਆਂ ਨਿਭਾਈਏ। ਨਾਮਦੇਵ ਜੀ ਦਾ ਬੋਲ ਜਾਂਦਿਆਂ ਜਾਂਦਿਆਂ ਜ਼ਰੂਰ ਯਾਦ ਕਰਕੇ ਰੱਖੀਏ, ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ। ਇਹ ਜਿਹੜੀ ਤੇਰੀ ਵਿਗਾਰ ਹੈ ਨਾ, ਬੜੀ ਚੰਗੀ ਹੈ। ਨਾਮ ਵੀ ਤੇਰਾ ਬੜਾ ਆਲਾ ਆ ਤੇ ਤੇਰੀ ਵਿਗਾਰ ਵੀ ਬੜੀ ਸੋਹਣੀ ਹੈ। ਤਾਂ ਫਿਰ ਡਰ ਕਾਹਦਾ, ਫਿਰ ਰੌਲਾ ਕਾਹਦਾ? ਧਿਆਨ ਰੱਖੀਏ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ ਜੀ। ਪਹਿਲਾ ਦੂਜਾ ਉਹ ਬੜੀਆਂ ਨੇ ਜੀ। ਅਸੀਂ ਤਾਂ ਸਮਝਾ ਵੀ ਰਹੇ ਹਾਂ, ਕੋਸ਼ਿਸ਼ ਵੀ ਕਰਦੇ ਹਾਂ, ਪਰ ਕੀ ਕੀਤਾ ਜਾਏ, ਸਾਡੀਆਂ ਕੁਝ ਅਣਗਹਿਲੀਆਂ ਦੇ ਕਾਰਨ ਅਸੀਂ ਸੁਸਤ ਹੋ ਜਾਂਦੇ ਹਾਂ। ਤੇ ਸੁਸਤ ਹੁੰਦਿਆਂ ਹੋਇਆਂ ਫਿਰ ਸਾਡੇ ਭਾਈਆਂ ਨੇ ਜਿਉਂ ਅਰਦਾਸ ਦੇ ਸ਼ਬਦ ਖਿੱਚ ਤੂ ਕਰਦਿਆਂ 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 ਕਿੰਨੀ ਦੂਰ ਤੱਕ ਖਿੱਚ ਕੇ ਲੈ ਗਏ ਅਸੀਂ। ਤਾਂ ਬਹੁਤ ਸਾਰਾ ਅਰਦਾਸ ਦੇ ਵਿੱਚ ਅਸੀਂ ਉਹ ਮੈਟਰ ਸ਼ਾਮਲ ਕਰ ਲਿਆ ਜਿਹੜਾ ਅਸਲ 'ਚ ਗੁਰਮਤ ਦੇ ਨਾਲ ਬਹੁਤਾ ਕੁਝ ਮੇਲ ਨਹੀਂ ਖਾਂਦਾ।
ਅਸੀਂ ਬਹੁਤ ਕੁਝ ਸ਼ਬਦਾਂ ਦਾ ਵਾਧਾ ਘਾਟਾ ਨਾ ਅਰਦਾਸ ਵਿੱਚ ਕਰ ਲਿਆ। ਮੈਨੂੰ ਝਿਜਕ ਕੋਈ ਨਹੀਂ, ਤੁਸੀਂ ਸਾਰੇ ਬਾਣੀ ਪੜ੍ਹਨ ਵਾਲੇ ਬੈਠੇ ਹੋ। ਅਸੀਂ ਸਾਰੇ ਜਾਣਦੇ ਹਾਂ ਕਿ ਗੁਰਮਤਿ ਵਿੱਚ ਮਰਨ ਤੋਂ ਬਾਅਦ ਕੀ ਹੈ, ਇਹ ਤਾਂ ਸੱਚਾ ਸਾਹਿਬ ਹੀ ਜਾਣੇ। ਪਰ ਰੱਬੀ ਮਿਲਾਪ ਦੀ ਗੱਲ ਜਿਹੜੀ ਹੈ ਉਹ ਜਿਉਂਦੇ ਜੀ ਹੈ, ਜਿਉਂਦੇ ਜੀ। ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਭਗਤ ਨਾਮਦੇਵ ਸਾਹਿਬ। ਜੇ ਤੂੰ ਮਰਨ ਤੋਂ ਬਾਅਦ ਮੁਕਤੀ ਦੇਣੀ, ਉਸ ਮੁਕਤੀ ਨੂੰ ਕੌਣ ਜਾਣਦਾ ਹੈ? ਫਿਰ ਸ੍ਰੀ ਰਾਗ ਦਾ ਤੁਸੀਂ ਸ਼ਬਦ ਵੇਖੋਗੇ ਭਗਤ ਬੇਣੀ ਸਾਹਿਬ ਜੀ ਦਾ, ਤੇ ਉਹ ਕਹਿੰਦੇ ਨੇ ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਮੁਕਤੀ ਕਿਹਨੂੰ ਮਿਲੀ ਆ? ਜਿਉਂਦਿਆਂ। ਜਿਉਂਦਿਆਂ ਜਿਹਦਾ ਚਰਨਾਂ ਨਾਲ ਨਿਵਾਸ ਹੋ ਗਿਆ ਨਾ, ਜਿਉਂਦਿਆਂ। ਮਰਨ ਤੋਂ ਬਾਅਦ ਵਾਲੇ ਉਹਦੇ ਲਈ ਸ਼ਬਦਾਂ ਦੀ ਲੋੜ ਹੀ ਨਹੀਂ ਆ, ਜਿਹੜਾ ਜਿਉਂਦਾ ਲੀਨ ਹੋ ਗਿਆ। ਔਰ ਮੈਨੂੰ ਚੰਗੇ ਚੰਗੇ ਸਿਆਣੇ ਵਿਦਵਾਨ ਗੁਰਸਿੱਖਾਂ ਦੀ, ਜਿਨ੍ਹਾਂ ਨੇ ਸਾਰੀ ਉਮਰ ਕਥਾ ਕੀਰਤਨ ਕੀਤਾ, ਤੁਸੀਂ ਵੀ ਸੁਣਦੇ ਰਹਿੰਦੇ ਹੋਗੇ ਕਿ ਜਦੋਂ ਉਹਨਾਂ ਦੀ ਅੰਤਮ ਅਰਦਾਸ ਹੋਈ ਤੇ ਉਦੋਂ ਵੀ ਉਹਨਾਂ ਨੂੰ ਕਿਹਾ ਜਾ ਰਿਹਾ, ਸੱਚੇ ਪਾਤਸ਼ਾਹ ਆਤਮਾ ਨੂੰ ਸ਼ਾਂਤੀ ਬਖਸ਼ਿਓ। ਜਿਨ੍ਹਾਂ ਦੀ ਸਾਰੀ ਉਮਰ ਕਥਾ ਕੀਰਤਨ ਕਰਦਿਆਂ ਆਤਮਾ ਨੂੰ ਸ਼ਾਂਤੀ ਨਹੀਂ ਆਈ, ਤਾਂ ਹੁਣ ਅਖੀਰ ਤੇ ਵੀ ਨਹੀਂ ਆਉਣੀ। ਚਲੋ ਕਿਸੇ ਮਾੜੇ ਮੋਟੇ ਲਈ, ਇੱਧਰ ਉੱਧਰ ਹੋਰ ਕਿਸੇ ਲਈ, ਜਨ ਸੁਧਾਰਨ ਲਈ ਇਹ ਅਰਦਾਸ ਹੋ ਜਾਏ ਵੀ ਸੱਚਾ ਪਾਤਸ਼ਾਹ ਇਹਦੀ ਆਤਮਾ ਨੂੰ ਸ਼ਾਂਤੀ ਬਖਸ਼, ਤੇ ਠੀਕ ਆ। ਸਾਰੀ ਉਮਰ ਕੀਰਤਨ ਕਰਨ ਵਾਲੇ ਦੀ, ਸਾਰੀ ਉਮਰ ਕਥਾ ਕਰਨ ਵਾਲੇ ਦੀ, ਭਾਈ ਸਾਹਿਬ ਦੀ ਡਿਊਟੀ ਨਿਭਾਉਣ ਵਾਲੇ ਦੀ ਵੀ ਅਰਦਾਸ ਹੋ ਰਹੀ ਹੈ, ਸੱਚੇ ਪਾਤਸ਼ਾਹ ਇਹਦੀ ਆਤਮਾ ਨੂੰ ਸ਼ਾਂਤੀ ਬਖਸ਼ੋ। ਪਤਾ ਨਹੀਂ ਜਿਹੜੀ ਉਮਰ ਹੁਣ ਸਾਰੀ ਉਮਰ ਨਾਲ ਸ਼ਾਂਤ ਹੋਈ, ਹੁਣ ਉਹਨੇ ਸ਼ਾਂਤ ਕਿੱਥੋਂ ਹੋਣਾ? ਜੋ ਹੋਣਾ ਹੋ ਗਿਆ। ਤਾਂ ਬਹੁਤ ਕੁਝ ਅਸੀਂ ਵਿਗਾੜ ਲਿਆ। ਸਾਫ ਸੁਥਰਾ ਜਿੰਨਾ ਕੁ ਸਾਨੂੰ ਚਾਹੀਦਾ ਉਨੇ ਕੁ ਚੋਣਵੇਂ ਸ਼ਬਦ ਸਾਨੂੰ ਰੱਖਣੇ ਚਾਹੀਦੇ ਆ। ਪਰ ਭਾਈ ਸਾਹਿਬ ਪਰਿਵਾਰ ਨੂੰ ਖੁਸ਼ ਕਰਨਾ ਚਾਹੁੰਦੇ ਹੁੰਦੇ ਆ ਵੀ ਲੰਬਾ ਵਧਾਈ ਚੱਲੋ, ਵਧਾਈ ਚੱਲੋ, ਤੇ ਪਰਿਵਾਰ ਚਾਹੁੰਦਾ ਹੁੰਦਾ ਕਿ ਜਿੰਨਾ ਹੋ ਸਕਦਾ ਖਿੱਚੀ ਚੱਲੋ, ਦੱਬੀ ਚੱਲੋ, ਕਿ ਇਹ ਵਧੀਆ ਗੱਲ ਹੈ ਵੀ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਇਹਦੇ 'ਚ ਜ਼ਿਕਰ ਪਰਿਵਾਰ ਦਾ ਤੇ ਇਹ ਸਾਰਾ ਕੁਝ ਆਵੇ। ਅਸੀਂ ਬਹੁਤ ਕੁਝ ਇਦਾਂ ਦਾ ਵਿਗਾੜਿਆ ਹੋਇਆ। ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਅੰਤਮ ਅਰਦਾਸਾਂ ਦੇ ਸਮੇਂ ਵੀ ਚੋਣਵੇਂ ਸ਼ਬਦ ਜਿਹੜੇ ਸਤਿਗੁਰੂ ਜੀ ਦੇ ਹਜ਼ੂਰ ਬੋਲੇ ਜਾ ਸਕਦੇ ਆ, ਉਧਰ ਧਿਆਨ ਦਿੱਤਾ ਜਾਏ। ਬਹੁਤ ਕੁਝ ਸਾਡਾ ਵਿਚਾਰਨ ਵਾਲਾ ਇਦਾਂ ਦਾ ਜੀ। ਮਹਿਲਾ ਦੂਜਾ, ਇਹ ਜਗ ਸੱਚਾ ਕੀ ਹੈ ਕੋਟੜੀ, ਸੱਚੇ ਕਾ ਵਿਚਵਾਸ। ਇਕ ਨਾ ਹੁਕਮ ਸਮਾਏ ਲਏ, ਇਕ ਨਾ ਹੁਕਮੇ ਕਰੇ ਵਿਨਾਸ਼। ਇਕ ਨਾ ਭਾਵੇਂ ਕੱਢ ਲਏ, ਇਕ ਨਾ ਮਾਇਆ ਵਿੱਚ ਨਿਵਾਸ। ਏਮ ਭੇ ਆਖ ਨਾ ਜਾਪਈ, ਜੇ ਕਿਸੈ ਆਣੈ ਰਾਸ। ਨਾਨਕ ਗੁਰਮੁਖ ਜਾਣੀਐ, ਜਾ ਕੋ ਆਪ ਕਰੇ ਪ੍ਰਗਾਸ਼। ਪੌੜੀ। ਨਾਨਕ ਜੀ ਉਪਾਏ ਕੈ, ਲਿਖ ਨਾਮੈ ਧਰਮ ਬਹਾਲਿਆ। ਉਥੈ ਸੱਚੇ ਹੀ ਸੱਚ ਨਿਬੜੈ, ਚੁਣ ਵਕ ਕਟੇ ਜਿਸ ਮਾਲਿਆ। ਆਉ ਨਾ ਪਾਇਨ ਕੂੜਿਆਰ, ਮੁਖ ਕਾਲੈ ਦੋਜ਼ਖ ਚਾਲਿਆ। ਤੇਰਾ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਲਿਖ ਨਾਮੈ ਧਰਮ ਬਹਾਲਿਆ। ਸ਼ਲੋਕ ਮਹਿਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀ ਵਿਸਮਾਦ ਭੇਦ। ਵਿਸਮਾਦ ਰੂਪ ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ ਜੰਤ। ਵਿਸਮਾਦ ਪੌਣ ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ। ਵਿਸਮਾਦ ਧਰਤੀ ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਪੁਰਾਣੀ।
ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੈ ਹਾਜ਼ਰਾ ਹਜ਼ੂਰ ਵੇਖ ਵਿਡਾਨ ਰਹਿਆ ਵਿਸਮਾਦ ਨਾਨਕ ਬੁਝਣ ਪੂਰੈ ਭਾਗ ਮਹਿਲਾ ਪਹਿਲਾ। ਅਕਾਲ ਪੁਰਖ ਜੀ ਦੀ ਇਸ ਵੱਡੀ ਕੁਦਰਤ ਦੇ ਅੰਦਰ ਬਹੁਤ ਸੋਹਣਾ ਇਸ ਕੁਦਰਤ ਦਾ ਸਿਲਸਿਲਾ ਹੈ ਔਰ ਅਕਾਲ ਪੁਰਖ ਜੀ ਦੇ ਇਸ ਸੋਹਣੇ ਸਿਲਸਿਲੇ ਦੇ ਅੰਦਰ ਉਹ ਆਪ ਵੀ ਮੌਜੂਦ ਹੈ। ਜਦੋਂ ਅਸੀਂ ਇਸ ਸਾਰੀ ਕੁਦਰਤ ਨੂੰ ਜਾਣਨ ਦਾ ਮਾਨਣ ਦਾ ਯਤਨ ਕਰਦੇ ਹਾਂ ਤਾਂ ਸਾਡੇ ਅੰਦਰ ਇੱਕ ਵਿਸਮਾਦ ਪੈਦਾ ਹੁੰਦਾ ਹੈ ਕਿ ਵਾਹ, ਇੱਕ ਐਸਾ ਰਚਨ ਰਚਿਆ, ਕੈਸਾ ਪ੍ਰਬੰਧ ਹੈ, ਕਿੱਦਾਂ ਇਹ ਚੱਲ ਰਿਹਾ ਹੈ, ਆਪਣੇ ਆਪ ਹੀ ਸਭ ਕੁਝ ਹੋ ਰਿਹਾ ਹੈ। ਧਰਤੀ ਦਾ ਘੁੰਮਣਾ, ਹਵਾ ਦੇ ਵਿੱਚ ਲਟਕਦਿਆਂ ਰਹਿਣਾ, ਸੂਰਜ ਚੰਦਰਮਾ ਦਾ ਵਾਰ-ਵਾਰ ਆਉਂਦੇ ਜਾਂਦੇ ਰਹਿਣਾ, ਹਵਾ ਦਾ ਚੱਲਣਾ, ਧਰਤੀ ਘੁੰਮ ਰਹੀ ਹੈ, ਹਵਾ ਦੇ ਵਿੱਚ ਹੈ, ਲੇਕਿਨ ਦਰਿਆ, ਨਦੀਆਂ, ਨਾਲੇ ਸਭ ਪਾਣੀ ਨਾਲ ਭਰੇ ਹੋਏ। ਤੁਸੀਂ ਦੇਖੋ ਕੁਝ ਵੀ ਉਛਲ ਨਹੀਂ ਰਿਹਾ। ਕੈਸਾ ਪ੍ਰਬੰਧ ਸਿਰਜਿਆ ਗਿਆ। ਸਤਿਗੁਰੂ ਜੀ ਨੇ ਇਸ ਸ਼ਲੋਕ ਵਿੱਚ ਕੁਝ ਇਦਾਂ ਦਾ ਜ਼ਿਕਰ ਵੀ ਕੀਤਾ ਹੈ ਕਿ ਅਸੀਂ ਅਕਾਲ ਪੁਰਖ ਜੀ ਦੀ ਇਸ ਕੁਦਰਤ ਵਿੱਚੋਂ ਜੋ ਸੱਚਾ ਵਿਸਮਾਦ ਹੈ ਨਾ ਆਪਣੇ ਅੰਦਰ, ਉਹ ਪੈਦਾ ਕਰਨ ਦੀ ਥਾਂ ਤੇ ਹਰ ਇੱਕ ਬੰਦੇ ਨੇ ਨਿੱਕਾ ਨਿੱਕਾ ਥੋੜਾ ਥੋੜਾ ਆਪਣਾ ਆਪਣਾ ਵਿਸਮਾਦ ਸਿਰਜਿਆ ਹੋਇਆ। ਕੋਈ ਕਹਿੰਦਾ ਵੇਖੋ ਕਿੰਨੇ ਲੋਕ ਭੁੱਖੇ ਫਿਰਦੇ, ਬੱਲੇ ਬੱਲੇ। ਕੋਈ ਕਹਿੰਦਾ ਵੇਖੋ ਕਿੰਨੇ ਲੋਕ ਨੰਗੇ ਫਿਰਦੇ ਆ। ਕੋਈ ਕਹਿੰਦਾ ਦੇਖੋ ਇਹ ਸਾਰਾ ਕੁਝ ਜਿੰਨਾ ਆ ਚੱਲ ਰਿਹਾ ਹੈ, ਇਹਦੇ ਚੋਂ ਕੋਈ ਕਿਸੇ ਚੋਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਲੱਗੇ ਹੋਏ ਨੇ। ਅਖੀਰ ਤੇ ਧਿਆਨ ਦੇਣਾ, ਸਾਰਾ ਜ਼ਿਕਰ ਕਰਦਿਆਂ ਮਹਾਰਾਜ ਨੇ ਆਖਿਆ ਵੇਖ ਵਿਡਾਣ ਅਕਾਲ ਪੁਰਖ ਜੀ ਦੀ ਇਸ ਕੁਦਰਤ ਦਾ ਵੱਡਾ ਪਸਾਰਾ, ਵੱਡਾ ਵਿਡਾਣ, ਵੱਡਾ ਕੌਤਕ ਵੇਖ ਕੇ ਰਹਿਆ ਵਿਸਮਾਦ। ਆ ਜਿਹੜਾ ਛੋਟਾ ਛੋਟਾ ਥੋੜਾ ਥੋੜਾ ਸਾਡੇ ਮਨ ਦੀ ਮਰਜ਼ੀ ਦੇ ਮੁਤਾਬਕ ਵਿਸਮਾਦ ਪੈਦਾ ਹੋ ਰਿਹਾ ਸੀ ਨਾ, ਇਹ ਖਤਮ ਹੋ ਗਿਆ, ਰਹਿ ਗਿਆ। ਨਾਨਕ ਬੁੱਝਣ ਪੂਰਾ ਭਾਗ, ਹੈ ਨਾਨਕ ਪੂਰੇ ਭਾਗਾਂ ਨਾਲ ਹੀ ਇਹ ਸਾਰਾ ਕੁਝ ਬੁੱਝਿਆ ਜਾਂਦਾ ਹੈ। ਵਰਨਾ ਅਸੀਂ ਥੋੜੀ ਥੋੜੀ ਗੱਲ ਦੇ ਉੱਤੇ, ਨਿੱਕੀ ਨਿੱਕੀ ਗੱਲ ਦੇ ਉੱਤੇ ਆਪਣੇ ਆਪਣੇ ਵਿਸਮਾਦ ਸਿਰਜਦੇ ਰਹਿੰਦੇ ਹਾਂ। ਸਤਿਗੁਰੂ ਨੇ ਇਸ ਸਾਰੇ ਪਸਾਰੇ ਦੇ ਅੰਦਰ ਹਰੇਕ ਜੀਵ ਆਪਣੀ ਆਪਣੀ ਮਨ ਮਰਜ਼ੀ ਦੇ ਨਾਲ ਜਿੱਥੇ ਜਿੱਥੇ ਲੱਗਾ ਹੋਇਆ ਉਹਦਾ ਜ਼ਿਕਰ ਕੀਤਾ ਜੀ। ਮਹਿਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੰਸਾਰ, ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਤੇਬਾਂ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣਾ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀਵ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਵੈ ਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਪਾਕੀ ਨਾਹੀ ਪਾਕ। ਹਾਂ, ਇਸ ਕੁਦਰਤ ਵਿੱਚ ਜਿੰਨਾ ਸਾਰਾ ਸਿਲਸਿਲਾ, ਇਹਦੇ 'ਚ ਚੰਗਾ ਵੀ ਹੈ, ਇਹਦੇ 'ਚ ਮਾੜਾ ਵੀ ਹੈ। ਕੁਦਰਤ ਨੇਕੀਆਂ, ਕੁਦਰਤ ਬਦੀਆਂ, ਨੇਕੀਆਂ ਚੰਗਿਆਈਆਂ, ਬਦੀਆਂ, ਇਹ ਸਾਰਾ ਪਸਾਰਾ ਇਹਦੇ 'ਚ ਚੱਲ ਰਿਹਾ ਹੈ। ਅਖੀਰ ਤੇ ਆਣ ਕੇ ਸਤਿਗੁਰੂ ਨੇ ਇਹਦਾ ਨਿਰਣਾ ਦਿੱਤਾ, ਸਭ ਤੇਰੀ ਕੁਦਰਤ। ਇਹ ਨਹੀਂ ਕਿ ਜੋ ਚੰਗਾ ਹੈ ਉਹ ਤੇਰਾ ਹੈ, ਜੋ ਮਾੜਾ ਹੈ ਉਹ ਕਿਸੇ ਹੋਰ ਨੇ ਸਿਰਜਿਆ। ਇਹਦੇ ਦੋ ਸਿਰਜਕ ਨੇ, ਇਹਦੇ ਕਰਤੇ ਦੋ ਹੋ ਗਏ।
ਇੱਕ ਚੰਗੇ ਵਾਲਾ ਇੱਕ ਮਾੜੇ, ਨਹੀਂ ਨਹੀਂ, ਇਹ ਸਾਰੀ ਕੁਦਰਤ ਤੇਰੀ ਆਪਣੀ ਸਿਰਜੀ ਹੋਈ ਆ। ਇਸ ਸਾਰੀ ਤੇਰੀ ਸਾਜੀ ਕੁਦਰਤ ਵਿੱਚ ਇਹ ਚੰਗਾ ਵੀ ਹੈ ਮਾੜਾ ਵੀ ਹੈ, ਦੋਵੇਂ ਪੱਖ ਜਿਹੜੇ ਆ ਉਹ ਇਦਾਂ ਹੀ ਚੱਲ ਰਹੇ ਨੇ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ, ਤੂੰ ਹੀ ਇਹਨੂੰ ਪੈਦਾ ਕਰਨ ਵਾਲਾ ਹੈ। ਪਾਕੀ ਨਾਈ ਪਾਕ, ਤੇਰੀ ਵਡਿਆਈ ਵੀ ਬੜੀ ਪਵਿੱਤਰ ਆ। ਹਾਂਜੀ, ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ। ਪੌੜੀ। ਇਸ ਸਾਰੀ ਕੁਦਰਤ ਨੂੰ ਬਣਾ ਕੇ ਹੁਕਮ ਦੇ ਅਧੀਨ ਸੰਭਾਲ ਰਿਹਾ ਹੈ, ਵਰਤੈ ਤਾਕੋ ਤਾਕ, ਪਰ ਇਸ ਸਾਰੇ ਵਰਤਾਰੇ ਚੋਂ ਆਪ ਨਿਰਲੇਪ ਵੀ ਹੈ, ਭਾਵ ਉਹ ਜੰਮਦਾ ਮਰਦਾ ਵੀ ਨਹੀਂ, ਉਹਦੇ ਤੇ ਕਿਸੇ ਸਮੇਂ ਦਾ, ਕਿਸੇ ਹਾਲਾਤ ਦਾ, ਕਿਸੇ ਚੰਗੇ ਮਾੜੇ ਦਾ ਪ੍ਰਭਾਵ ਵੀ ਨਹੀਂ ਹੈ। ਪੌੜੀ। ਆਪੀਨੈ ਭੋਗ ਭੋਗ ਕੈ ਹੋਏ ਭਸਮੜ ਭਵਰ ਸਧਾਇਆ। ਵੱਡਾ ਹੋਆ ਦੁਨੀਦਾਰ ਗਾਲ ਸੰਗਲ ਘੱਟ ਚਲਾਇਆ। ਅੱਗੇ ਕਰਨੀ ਕੀਰਤ ਵਾਚੀਐ ਬੈ ਲੇਖਾ ਕਰ ਸਮਝਾਇਆ। ਥਾਉ ਨਾ ਹੋਗੀ ਪਾਉਂਦੀ ਹੁਣ ਸੁਣੀਐ ਕਿਆ ਦੁਆਇਆ। ਮਨ ਅੰਧੈ ਜਨਮ ਗਵਾਇਆ। ਸ਼ਲੋਕ ਮਹਿਲਾ ਪਹਿਲਾ। ਭੈ ਵਿੱਚ ਪਵਨ ਬਹਿ ਸਦਵਾਉ। ਭੈ ਵਿੱਚ ਚੱਲੈ ਲਖ ਦਰਿਆਉ। ਭੈ ਵਿੱਚ ਅਗਨ ਕੱਢੈ ਵੇਗਾਰ। ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਇੰਦ ਫਿਰੈ ਸਿਰ ਭਾਰ। ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ। ਭੈ ਵਿੱਚ ਚੰਦ। ਉਹ ਕਰੋੜੀ ਚਲਤ ਨਾ ਅੰਤ। ਭੈ ਵਿੱਚ ਸਿੱਧ ਬੁੱਧ ਸੁਰਨਾਥ। ਭੈ ਵਿੱਚ ਆਡਾਣੇ ਆਕਾਸ਼। ਭੈ ਵਿੱਚ ਜੋਧ ਮਹਾਬਲ ਸੂਰ। ਭੈ ਵਿੱਚ ਆਵੈ ਜਾਵੈ ਪੂਰ। ਸਗਲਿਆਂ ਭਉ ਲਿਖਿਆ ਸਿਰ ਲੇਖ। ਨਾਨਕ ਨਿਰਭਉ ਨਿਰੰਕਾਰ ਸਚ ਏਕ। ਮਹਿਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ RAM ਰਵਾਲ। ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ। ਕੀਤੇ ਨਚੈ ਮੰਗਤੇ ਗਿੜ ਮੋੜ ਪੂਰੈ ਕਾਲ। ਬਾਜ਼ਾਰੀ ਬਾਜ਼ਾਰ ਮੈਂ ਆਏ ਕਟੈ ਬਾਜ਼ਾਰ। ਗਾਵੈ ਰਾਜੇ ਰਾਣੀਆਂ ਬੋਲੈ ਆਲ ਪਤਾਲ। ਲਖ ਟਕਿਆਂ ਕੇ ਮੁੰਦੜੇ ਲਖ ਟਕਿਆਂ ਕੇ ਹਾਰ। ਮਹਿਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ ਹੋਇ ਕੀਤੇ RAM ਰਵਾਲ। ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ। ਕੀਤੇ ਨਚੇ ਮੰਗਤੇ ਗਿੜਮੁੜ ਪੂਰੈ ਤਾਲ। ਬਾਜ਼ਾਰੀ ਬਾਜ਼ਾਰ ਮੈਂ ਆਏ ਕਢੈ ਬਾਜ਼ਾਰ। ਗਾਵੈ ਰਾਜੇ ਰਾਣੀਆਂ ਬੋਲੇ ਆਲ ਪਤਾਲ। ਲਖ ਟਕਿਆਂ ਕੇ ਮੁੰਦੜੇ ਲਖ ਟਕਿਆਂ ਕੇ ਹਾਰ। ਜਿਤ ਤਨ ਪਾਇਆ ਨਾਨਕਾ ਸੇ ਤਨ ਹੋਵੈ ਛਾਰ। ਗਿਆਨ ਨ ਗਈ ਟੁੰਡੀਐ ਕਥਨਾ ਕਰੜਾ ਸਾਰ। ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ। ਪੌੜੀ। ਨਦਰ ਕਰੇ ਜੇ ਆਪਣੀ ਤਾਂ ਨਗਰੀ ਸਤਿਗੁਰ ਪਾਇਆ। ਇਹ ਜਿਉ ਬਹੁਤੇ ਜਨਮ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ। ਸ਼ਲੋਕ ਮਹਿਲਾ ਪਹਿਲਾ। ਕੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ। ਗਹਿਣੇ ਪੌਣ ਪਾਣੀ ਬੈਸੰਤਰ
ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਮੁਣੀ ਖਾਇ ਗਿਆ ਜੰਤਾਲ ਮਹਿਲਾ ਪਹਿਲਾ ਵਾਇ ਚੇ ਨੱਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਮ ਚਾਟਾ ਪਾਏ ਵੇਖਾ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰਾ ਤਾਲ ਆਪ ਪਛਾੜਨ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਕਾ ਕੀਆ ਸਗਲ ਜਹਾਨ ਸੇਵਕ ਸੇਵ ਕਰਮ ਚੁਰਾਓ ਪਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਾਲੇ ਵਰੋਲੇ ਬਹੁਤ ਆਨੰਦ ਲਾਟੂ ਮਾਦਾ ਅਨਗਾ ਪੰਖੀ ਪੌਂਦੀਆਂ ਲੈ ਨਸਾ ਸੂਏ ਝਾੜ ਪਵਾਇਆ ਜੰਤ ਨਾਨਕ ਪੌਂਦਿਆਂ ਗਣਤ ਨਾਂਤ ਬੰਧਨ ਬੰਦ ਪਵਾਏ ਸੋਏ ਪੈ ਕਿਰਤ ਨੱਚੈ ਸਭ ਕੋਏ ਨੱਚ ਨੱਚ ਹੱਸੈ ਚਲੇ ਸਰੋਏ ਉੱਡ ਨਾ ਜਾਈ ਸਿੱਧ ਨਾ ਹੋਏ ਨੱਚਣ ਕੁੱਤਣ ਮਨ ਕਾ ਜਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ ਪੜੀ ਨਾ ਤੇਰਾ ਨਿਰੰਕਾਰ ਹੈ ਨਾ ਆਇਆ ਨਰਕ ਨਾ ਜਾਈਐ ਜਿਉ ਪਿੰਡ ਸਭ ਤਿਸ ਦਾ ਦੇਖਾ ਜਾ ਗਵਾਈਐ ਜੇ ਲੋੜਾ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ ਜੇ ਜਰਵਾਣਾ ਪਰ ਹਰੈ ਜਰ ਵਿਸ ਕਰੀ ਆਈਐ ਕੋ ਰਹਿ ਨਾ ਭਰਿਆ ਪਾਈਐ ਸਲੋਕ ਪਹਿਲਾ ਪਹਿਲਾ ਮੁਸਲਮਾਨਾ ਸਿੱਖ ਸ਼ਰੀਅਤ ਪੜ ਪੜ ਕਰ ਵਿਚਾਰ ਬੰਦੇ ਸੇ ਜੇ ਪਾਏ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾਈ ਸਾਲਾਨ ਦਰਸ਼ਨ ਰੂਪ ਪਾਰ ਤੀਰਥ ਨਾਵੈ ਅਰਚਾ ਪੂਜਾ ਅਗਰਵਾਸ ਬੇਕਾਰ ਜੋਗੀ ਸੁਨਤ ਆਵਨ ਜਿਤੇ ਅਲਖ ਨਾਮ ਕਰਤਾਰ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜਾ ਦੇਣਾ ਕੈ ਵਿਚਾਰ ਦੇ ਦੇ ਮੰਗਾ ਸੈਸਾ ਗੁਨਾ ਸ਼ੋਭ ਕਰੇ ਸੰਸਾਰ ਚੋਰਾ ਜਾਰਾ ਟੈ ਕੁੜਿਆਰਾ ਖਾਰਾ ਬਾਵੇਕਾਰ ਇੱਕ ਹੁੰਦਾ ਖਾਏ ਚੈ ਥਾਉ ਤਿਨਾ ਬਿਕਾਈ ਕਾਰ ਜਲ ਥਲ ਚੀਆਂ ਪੂਰੀਆਂ ਲੋਆ ਆਕਾਰਾ ਆਕਾਰ ਓਏ ਜੀ ਆਖੈ ਸੋ ਤੁਮੈ ਜਾਣੈ ਤਿਨਾ ਪੇ ਤੇਰੀ ਸਾਰ ਨਾਨਕ ਭਗਤਾਂ ਭੁਖ ਸਾਲਾਹਣ ਸਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਛਾਰ ਮਹਿਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ ਕਰ ਪਾਂਡੇ ਇੱਟਾਂ ਦੀਆਂ ਜਲਦੀ ਕਰੇ ਪੁਕਾਰ ਜਲਦੀ
जल्दी करे पुकार, जल जल रोवे बपुड़ी, चढ़ चढ़ पाए अंगियार। नानक जिन करता कारण किया, सो जाने करतार। पौड़ी बिन सतगुर किनै ना पायो, बिन सतगुर किनै ना पाया। सतगुर विच आप रखियो, कर प्रगट आप सुनाया। सतगुर मिलिया सदा मुक्त है, जिन विचों मुँह चुकाया। उत्तम ये विचार है, जिन सच्चे स्यों चित लाया। जग जीवन दाता पाया। श्लोक ਇਹਦੇ 'ਚ ਅਸੀਂ ਇੱਕ ਸ਼ਲੋਕ ਪਾਠ ਦੇਖ ਰਹੇ ਹਾਂ ਜੀ। ਮਿੱਟੀ ਮੁਸਲਮਾਨ ਕੀ, ਪੇੜੈ ਪਈ ਕੁਮਿਆਰ। ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਜਲ ਜਲ ਰੋਵੈ ਬਪੁੜੀ, ਝੜ ਝੜ ਪਵੈ ਅੰਗਿਆਰ। ਇਸਲਾਮ ਦਾ ਇੱਕ ਖਿਆਲ ਹੈ ਕਿ ਉਹ ਮੁਰਦੇ ਨੂੰ ਸਾੜਦੇ ਨਹੀਂ। ਉਹਨਾਂ ਦਾ ਇੱਕ ਖਿਆਲ ਹੈ ਕਿ ਇਸ ਨੂੰ ਮਿੱਟੀ ਵਿੱਚ ਦੱਬਿਆ ਜਾਏ। ਇੱਕ ਉਹ ਸ਼ਬਦ ਵਰਤਦੇ ਆ ਕਿਆਮਤ। ਕਿਆਮਤ ਦਾ ਇੱਕ ਦਿਨ ਆਏਗਾ ਔਰ ਇਹਨਾਂ ਸਾਰੇ ਮੁਰਦਿਆਂ ਨੂੰ ਕਬਰਾਂ ਵਿੱਚੋਂ ਉਠਾਇਆ ਜਾਏਗਾ, ਬਾਹਰ ਕੱਢਿਆ ਜਾਏਗਾ। ਫਿਰ ਇਹਨਾਂ ਦਾ ਹਿਸਾਬ ਕਿਤਾਬ ਹੋਏਗਾ ਔਰ ਉਹ ਅੱਗ ਵਿੱਚ ਸੜਨਾ ਨਾਪਾਕ ਸਮਝਦੇ ਆ। ਅੱਗ ਵਿੱਚ ਸੜਨਾ ਦੋਜ਼ਖ ਨੂੰ ਜਾਣ ਦੇ ਵਿਚਾਰ ਨਾਲ ਤੁਲਨਾ ਦਿੰਦੇ ਆ। ਕਹਿੰਦੇ ਜਿਹੜਾ ਅੱਗ 'ਚ ਸੜੇਗਾ, ਇਸਲਾਮ ਨੂੰ ਮੰਨਣ ਵਾਲਾ ਅੱਗ 'ਚ ਸੜੇਗਾ, ਉਹ ਦੋਜ਼ਖ ਨੂੰ ਜਾਏਗਾ, ਯਾਨੀ ਨਰਕ ਨੂੰ ਜਾਏਗਾ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਸਾਹਮਣੇ ਇੱਕ ਖਿਆਲ ਰੱਖਿਆ ਕਿ ਤੁਸੀਂ ਮੁਰਦਾ ਸਰੀਰ ਨੂੰ ਦੱਬ ਦਿੰਦੇ ਹੋ। ਜਿਹੜੀਆਂ ਪੁਰਾਣੀਆਂ ਤੋਂ ਪੁਰਾਣੀਆਂ ਕਬਰਾਂ ਆ, ਉਹਨਾਂ ਪੁਰਾਣੀਆਂ ਕਬਰਾਂ 'ਚੋਂ ਵਿਹਲੇ ਥਾਂ ਤੋਂ ਘੁਮਿਆਰ ਮਿੱਟੀ ਪੁੱਟ ਕੇ ਉਹਦੇ ਭਾਂਡੇ ਬਣਾਉਂਦਾ ਹੈ ਤੇ ਜਿਹੜੇ ਉਸ ਮਿੱਟੀ ਦੇ ਫਿਰ ਭਾਂਡੇ ਬਣੇ ਅੱਗ ਵਿੱਚ ਫੇਰ ਰੱਖੇ ਗਏ। ਮਿੱਟੀ ਤਾਂ ਫੇਰ ਸੜ ਗਈ। ਵੀ ਤੁਸੀਂ ਕਿਹੜੇ ਚੱਕਰ 'ਚ ਪਏ ਹੋਏ ਹੋ? ਜਿਹੜਾ ਮੈਂ ਧਿਆਨ ਦਿਵਾਉਣਾ ਚਾਹੁੰਦਾ ਸੀਗਾ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਕ ਇੱਥੇ ਵਿਚਾਰ ਅਰਥਾਂ ਤੋਂ ਬਾਹਰ ਵੱਖਰਾ ਹੋਰ ਨੋਟ ਦਿੱਤਾ ਹੋਇਆ ਹੈ। ਉਹ ਕਹਿੰਦੇ ਨੇ ਜਦੋਂ ਜੀਵ ਆਤਮਾ ਆਪਣਾ ਸਰੀਰ ਚੋਲਾ ਛੱਡ ਜਾਏ, ਜੀਵ ਆਤਮਾ ਸਰੀਰ ਚੋਲਾ ਛੱਡ ਜਾਏ ਤਾਂ ਉਸ ਸਰੀਰ ਨੂੰ ਦੱਬਣ ਨਾਲ ਜਾਂ ਸਾੜਨ ਆਦਿਕ ਨਾਲ ਕਿਸੇ ਕਿਰਿਆ ਦਾ ਉਹਦੇ ਤੇ ਜੀਵ ਆਤਮਾ ਤੇ ਕੋਈ ਅਸਰ ਨਹੀਂ ਹੁੰਦਾ। ਜਿੰਨਾ ਚਿਰ ਇਹ ਸਰੀਰ ਵਿੱਚ ਰਹਿੰਦਾ ਸੀ ਤਦੋਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਉਸ ਦੀ ਕਿਸਮਤ ਦਾ ਫੈਸਲਾ ਹੁੰਦਾ ਹੈ। ਇੱਕ ਸ਼ਲੋਕ ਤੁਹਾਡੇ ਸ਼ਾਇਦ ਧਿਆਨ 'ਚ ਹੋਊਗਾ, ਗੁਰੂ ਨਾਨਕ ਸਾਹਿਬ ਜੀ ਦਾ ਹੀ ਹੈ। ਇੱਕ ਦੱਬੈਂ ਇੱਕ ਦੱਜੀਐ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸੱਟੀਐ, ਇੱਕ ਭੀ ਫਿਰ ਹੱਸਣ ਪਾਹੇ। ਨਾਨਕ ਈਮ ਨਾ ਜਾਪੀ ਕਿੱਥੇ ਜਾਏ ਸਮਾਹੇ। ਦੱਬਣ ਨਾਲ, ਸਾੜਨ ਨਾਲ ਜਾਂ ਕੁੱਤਿਆਂ ਵਗੈਰਾ ਅੱਗੇ ਸੁੱਟਣ ਨਾਲ ਜਾਂ ਖੂਹ ਦੇ ਉੱਤੇ ਰੱਖਣ ਨਾਲ, ਜਿਵੇਂ ਪਾਰਸੀ ਲੋਕ ਕਰਦੇ ਆ, ਕਹਿੰਦੇ ਕੋਈ ਬੰਦਾ ਇਹ ਦਾਅਵਾ ਬੰਨ ਸਕਦਾ ਹੈ ਕਿ ਆਹ ਕਿਰਿਆ ਇਦਾਂ ਨਿਭਾਉਣ ਨਾਲ ਕੋਈ ਬੰਦਾ ਜਿਹੜਾ ਉਹ ਹੁਣ ਕਿੱਥੇ ਪਹੁੰਚ ਗਿਆ? ਕਿਸੇ ਕੋਲ ਕੋਈ ਉੱਤਰ ਨਹੀਂ। ਨਾ ਦੱਬਣ ਵਾਲਿਆਂ ਕੋਲ ਕੋਈ ਉੱਤਰ ਹੈ, ਨਾ ਸਾੜਨ ਵਾਲਿਆਂ ਕੋਲ ਕੋਈ ਉੱਤਰ ਹੈ। ਯਾਨੀ ਕੁੱਲ ਮਿਲਾ ਕੇ ਇਹ ਤਾਂ ਸਾਡੇ ਆਪੋ ਆਪਣੇ ਪ੍ਰਬੰਧ ਹੈ ਕਿ ਜੇ ਕੋਈ ਸਰੀਰ ਇਦਾਂ ਸਾਡੇ ਕਿਸੇ ਸਾਥੀ ਦਾ ਜੋ ਅਕਾਲ ਚਲਾਣਾ ਕਰ ਗਿਆ, ਉਹ ਸਰੀਰ ਸੰਭਾਲਣਾ ਹੈ। ਉਹਨੂੰ ਕਿੱਦਾਂ ਸੰਭਾਲਿਆ ਜਾਂਦਾ ਤੁਸੀਂ ਆਪੋ ਆਪਣੇ ਪ੍ਰਬੰਧ ਦੇ ਮੁਤਾਬਕ ਦੇਖ ਸਕਦੇ ਹੋ। ਜਿਵੇਂ ਪਾਣੀ ਵਿੱਚ ਰੋੜਨ ਦਾ ਵੀ ਰਿਵਾਜ ਰਿਹਾ, ਪਰ ਹੁਣ ਜਿਵੇਂ ਪਾਣੀ ਦਾ ਰੌਲਾ ਹੈ ਵੀ ਪਾਣੀ ਥੋੜਾ ਹੋ ਰਿਹਾ, ਪਾਣੀ ਪੀਣ ਵਾਲਾ ਵਾ, ਪਾਣੀ ਵਰਤਿਆ ਜਾਣਾ ਵਾ। ਤਾਂ ਮੈਂ ਤੇ ਵੀਰ ਜੀ ਪਰਸੋਂ ਇੱਕ ਭੋਗ ਤੇ ਗਏ ਸੀ, ਉੱਥੇ ਵੀ ਇਹ ਵਿਚਾਰ ਚੱਲੀ। ਵੀਰ ਜੀ ਨੇ ਵੀ ਸਟੇਜ ਤੇ ਕਿਹਾ ਕਿ ਪਾਣੀ ਜੇ ਗੰਦਲਾ ਹੋ ਰਿਹਾ ਤੇ ਦੂਜੀ ਗੱਲ ਪਾਣੀ ਸਾਡੇ ਕੋਲ ਪੀਣ ਵਾਲਾ ਤੇ ਥੋੜਾ ਆ।
ਤਾਂ ਉਹਦੇ 'ਚ ਕਿਸੇ ਲਾਸ਼ ਨੂੰ ਸੁੱਟ ਕੇ ਉਸੇ ਪਾਣੀ ਨੂੰ ਗੰਦਾ ਕਰਨਾ ਤੇ ਫਿਰ ਉਹਨੂੰ ਹੀ ਤੁਸੀਂ ਪੀਣਾ, ਕਿਉਂ ਇਦਾਂ ਕਰਨਾ? ਔਰ ਬੜੇ ਸਾਰੇ ਵਹਿਮ ਭਰਮ ਸਾਡੇ 'ਚ ਪ੍ਰਚਲਿਤ ਨੇ ਕਿ ਜੇ ਇਹਨੂੰ ਇਦਾਂ ਨਾ ਕੀਤਾ, ਇਦਾਂ ਕਰ ਦਿੱਤਾ ਤੇ ਪਤਾ ਨਹੀਂ ਇਹਨੂੰ ਗਾਂਹ ਥਾਂ ਮਿਲਣੀ ਕਿ ਨਹੀਂ ਮਿਲਣੀ, ਜਾਂ ਇਹ ਕਿਹਦੇ 'ਚ ਰਲੇਗਾ ਕਿਹਦੇ 'ਚ ਨਹੀਂ ਰਲੇਗਾ, ਕਿਹੜੇ ਰਾਹ ਪੈ ਜਾਏਗਾ, ਕਿੱਧਰ ਨੂੰ ਜਾਏਗਾ। ਸਾਨੂੰ ਇਹ ਲੱਗਦਾ ਵੀ ਜਿਹੜੀ ਜਿਹੜੀ ਕਿਰਿਆ ਕਰਮ ਅਸੀਂ ਕਰਦੇ ਆ ਨਾ, ਵੀ ਇਹੋ ਹੀ ਇੱਕ ਰਾਹ ਆ ਸਾਡੇ ਵਾਲਾ, ਇਸੇ ਰਾਹ ਤੇ ਜਾਵੇ, ਕਿਸੇ ਹੋਰ ਰਾਹ ਨਾ ਪੈ ਜਾਂਦਾ ਹੋਵੇ। ਤਾਂ ਅਸਲ 'ਚ ਉਹਦੇ ਸਰੀਰ ਦੀ ਸੰਭਾਲ ਦਾ ਮਸਲਾ ਆ। ਸਰੀਰ ਦੀ ਸੰਭਾਲ ਜਿੱਦਾਂ ਹੋ ਸਕਦੀ ਹੈ ਉਹ ਕਰ ਲਈ ਜਾਏ। ਤਾਂ ਇਹਦੇ 'ਚ ਵਹਿਮ ਦੀ ਲੋੜ ਨਹੀਂ ਕਿਤੇ ਵੀ, ਕਿਉਂਕਿ ਜਿਹੜਾ ਖਿਆਲ ਅਸੀਂ ਸਤਿਗੁਰੂ ਜੀ ਦਾ ਪੜ੍ਹ ਰਹੇ ਹਾਂ ਉਹਦੇ 'ਚ ਮਹਾਰਾਜ ਨੇ ਸਪਸ਼ਟ ਹੀ ਕਿਹਾ, ਨਾਨਕ ਏਮ ਨਾ ਜਾਪਈ ਕਿੱਥੇ ਜਾਏ ਸਮਾਹੇ। ਹੇ ਨਾਨਕ, ਐਵੇਂ ਕੀਤਿਆਂ ਵੀ ਤੇ ਕਿਸੇ ਨੇ ਦਾਵਾ ਨਹੀਂ ਨਾ ਬੰਨਣਾ ਕਿ ਕਿੱਥੇ ਚਲਾ ਗਿਆ। ਤਾਂ ਇਸ ਕਰਕੇ ਇਦਾਂ ਦੇ ਅਸੀਂ ਜਦੋਂ ਕਿਸੇ ਵੀ ਮਸਲੇ ਉੱਤੇ ਭਾਵੇਂ ਕਿ ਅਸੀਂ ਕਰ ਹੀ ਰਹੇ ਹਾਂ, ਲੇਕਿਨ ਜੇ ਉਹਦਾ ਕੋਈ ਬਦਲਵਾਂ ਪ੍ਰਬੰਧ ਵੀ ਕਿਸੇ ਮੌਕੇ ਹੁੰਦਾ ਆ ਜਾਂ ਕੀਤਾ ਜਾਂਦਾ ਆ ਜਾਂ ਸਾਡੇ ਲੋਕਾਂ ਨੂੰ ਲੋੜ ਆ, ਤਾਂ ਉਹਦੇ ਤੇ ਸਾਨੂੰ ਵਹਿਮ ਭਰਮ ਕਰਨ ਦੀ ਲੋੜ ਨਹੀਂ। ਮੈਨੂੰ ਇੱਕ ਯਾਦ ਹੈ ਕਿ ਕਿਸੇ ਟਾਈਮ ਤੇ, ਬਾਕੀ ਸਾਰਿਆਂ ਦੀ ਆਪੋ ਆਪਣੀ ਮਰਜ਼ੀ ਹੈ ਕੋਈ ਕਿੱਦਾਂ ਸੋਚਦਾ, ਪਰ ਕਿਸੇ ਥਾਂ ਤੇ ਕੋਈ ਇਦਾਂ ਪ੍ਰਾਣੀ ਦੇ ਚੜ੍ਹਾਈ ਕਰਨ ਦੇ ਸੰਬੰਧ ਵਿੱਚ ਕਿ ਉਹਦੇ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਜਾਂ ਉਹਦੇ ਅੰਗ ਦਾਨ ਕੀਤੇ ਜਾ ਸਕਦੇ, ਬੜੇ ਸਾਰੇ ਲੋਕ ਕਰਦੇ ਵੀ ਹੈ। ਤਾਂ ਕੋਈ ਇੱਕ ਵਹਿਮ ਦਾ ਮਾਰਿਆ ਉੱਥੇ ਕਹਿ ਰਿਹਾ, ਕਹਿੰਦਾ ਜੇ ਮਰੇ ਬੰਦੇ ਦੀਆਂ ਅੱਖਾਂ ਦਾਨ ਕਰ ਦੋ ਤੇ ਉਹ ਗਾਂ ਅੰਨਾ ਹੋਏਗਾ। ਫਿਰ ਇਹ ਜੇ ਤੁਸੀਂ ਅੱਖਾਂ ਕੱਢ ਲੀਆਂ ਤਾਂ ਉਹ ਗਾਂ ਆਖੇ ਮੁੜ ਕੇ ਅੰਨਾ ਹੋਊਗਾ। ਅੱਛਾ ਵੀ ਚਲੋ ਠੀਕ ਆ, ਉਹਨੂੰ ਅੰਨਾ ਨਾ ਕਰੋ, ਅੱਖਾਂ ਸਮੇਤ ਘਲਾ ਦਿਓ, ਫਿਰ ਵੀ ਸਾੜ ਹੀ ਦੇਣੀ ਹੈ, ਫਿਰ ਕੀ ਹੋਏਗਾ? ਫਿਰ ਕਿਹੜੀਆਂ ਉਹਨੇ ਅੱਖਾਂ ਆਪਣੀਆਂ ਨਾਲ ਲੈ ਜਾਣੀਆਂ ਸੀ? ਤੋ ਜਿਹੜੇ ਨਹੀਂ ਸਮਝਣ ਵਾਲੇ ਨਾ, ਉਹ ਬਥੇਰਾ ਕੁਛ ਇਦਾਂ ਦਾ ਇਕੱਠਾ ਕਰਕੇ ਬੈਠੇ ਹੋਏ ਆ। ਪਰ ਜੇ ਅਸੀਂ ਬਾਣੀ ਵੱਲ ਵੇਖਦੇ ਹਾਂ ਤਾਂ ਸਾਨੂੰ ਕਿਸੇ ਵੀ ਇਦਾਂ ਦੇ ਵਹਿਮ ਭਰਮ 'ਚ, ਹਾਂ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਰਹੇ ਹੋ ਕਰ ਲਓ, ਪਰ ਵਹਿਮ ਭਰਮ 'ਚ ਪੈ ਕੇ ਕਿਸੇ ਕਿਰਿਆ ਨੂੰ ਨਿਭਾਉਣਾ ਤੇ ਸੋਚਣਾ ਕਿ ਇਸ ਕਿਰਿਆ ਨਾਲ ਕੋਈ ਇਦਾਂ ਹੋ ਜਾਏਗਾ ਜਾਂ ਆਹ ਹੋ ਜਾਏਗਾ ਜਾਂ ਇਹਦੇ ਨਾਲ ਆਹ ਫਰਕ ਪੈ ਜਾਏਗਾ, ਇਹ ਸਾਡੇ ਵਹਿਮ ਆ। ਇਹਨਾਂ 'ਚੋਂ ਸਾਨੂੰ ਬਾਹਰ ਆਉਣਾ ਚਾਹੀਦਾ। ਹਾਂਜੀ। ਸ਼ਲੋਕ ਮਹਿਲਾ ਪਹਿਲਾ। ਹਾਂ ਵਿੱਚ ਆਇਆ, ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ, ਹਾਂ ਵਿੱਚ ਹੁਆ, ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ, ਹਾਂ ਵਿੱਚ ਖਟਿਆ, ਹਾਂ ਵਿੱਚ ਗਿਆ, ਹਾਂ ਵਿੱਚ ਸੱਚਿਆਰ ਕੂੜਿਆਰ, ਹਾਂ ਵਿੱਚ ਪਾਪ ਪੁੰਨ ਵਿਚਾਰ, ਹਾਂ ਵਿੱਚ ਨਰਕ ਸਵਰਗ ਅਵਤਾਰ, ਹਾਂ ਵਿੱਚ ਵਸੈ, ਹਾਂ ਵਿੱਚ ਰੋਵੈ, ਹਾਂ ਵਿੱਚ ਪੜੀਐ, ਹਾਂ ਵਿੱਚ ਧੋਵੈ। ਹਾਂਜੀ, ਜਦੋਂ ਅਸੀਂ ਇਹ ਸ਼ਲੋਕ ਪੜ੍ਹ ਰਹੇ ਹਾਂ ਤਾਂ ਅਸੀਂ ਇਹਦੇ ਬਾਬਤ ਵੀ ਇਦਾਂ ਹੀ ਸੋਚਦੇ ਹਾਂ ਕਿ ਹਾਂ ਵਿੱਚ ਆਇਆ, ਹਾਂ ਵਿੱਚ ਗਿਆ, ਬੰਦਾ ਸੰਸਾਰ ਤੇ ਆਇਆ, ਜੰਮਿਆ, ਹਾਂ ਵਿੱਚ ਹੀ ਜੰਮਿਆ ਤੇ ਹਾਂ ਵਿੱਚ ਹੀ ਗਿਆ, ਸੰਸਾਰ ਤੋਂ ਚਲਾ ਗਿਆ। ਹਾਂ ਵਿੱਚ ਹੀ ਸੰਸਾਰ ਤੋਂ ਚਲਾ ਗਿਆ, ਇਹ ਤਾਂ ਗੱਲ ਠੀਕ ਹੈ, ਪਰ ਆਇਆ ਵੀ ਹਾਂ ਵਿੱਚ। ਜੰਮਦੇ ਬੱਚੇ ਨੂੰ ਕਿਹੜਾ ਹੰਕਾਰ ਹੈ? ਕਿੱਥੋਂ ਹੰਕਾਰ ਲੈ ਕੇ ਆਇਆ? ਤਾਂ ਅਸੀਂ ਜਿਹੜੀ ਉੱਥੇ ਕਰਮ ਫਿਲਾਸਫੀ ਦੀ ਥਿਊਰੀ 'ਚ ਬੈਠੇ ਹੋਏ ਆ ਨਾ, ਉਹ ਕਰਮ ਫਿਲਾਸਫੀ ਦੀ ਥਿਊਰੀ ਗੁਰਮਤ ਵਿੱਚ ਨਹੀਂ ਹੈਗੀ। ਪਿਛਲੇ ਜਨਮਾਂ ਦਾ ਕਰਮ, ਪਿਛਲਾ ਅਸੀਂ ਇਦਾਂ ਬਣਾ ਕੇ ਬੈਠੇ ਹੋਏ ਆ ਵੀ ਜਿਵੇਂ ਅਸੀਂ ਮੰਨ ਲਓ ਮੈਂ ਮਰ ਜਾਵਾਂ ਤਾਂ ਇਦਾਂ ਹੀ ਮੈਂ ਫਿਰ ਗਾਂ ਵੱਖਰਾ ਹੀ ਕੋਈ ਆਪਣਾ ਸਿਲਸਿਲਾ ਵੀ ਇਦਾਂ ਹੀ ਇਸ ਆਤਮਾ ਨੇ ਗਾਂ ਕਿਸੇ ਜੂਨ 'ਚ ਚਲੇ ਜਾਣਾ, ਜਦੋਂ ਉਹ ਜੂਨ ਮਰ ਜੇਗੀ ਫਿਰ ਇਹ ਆਤਮਾ ਨੇ ਕਿਸੇ ਹੋਰ। ਅਸੀਂ ਇਹ ਸੋਚਦੇ ਵੀ ਇਹ ਆਤਮਾ ਇੱਕ ਵੱਖਰਾ ਆਪਣਾ ਹੀ ਦਾਇਰਾ ਜਿਹਾ ਬਣਾ ਕੇ ਤੁਰੀ ਫਿਰਦੀ ਹੈ, ਜਦ ਕਿ ਜੇ ਅਸੀਂ ਇਹ ਮੰਨਦੇ ਹਾਂ ਕਿ
ਮਨੁੱਖ ਦੇ ਚੜ੍ਹਾਈ ਕਰਨ ਸਮੇਂ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈ, ਤੇ ਜਿਹੜਾ ਪਾਣੀ ਪਾਣੀ ਵਿੱਚ ਮਿਲ ਗਿਆ ਉਹ ਦੁਬਾਰਾ ਪਾਣੀ ਕੱਢਿਆ ਗਿਆ ਕਿ ਨਹੀਂ ਕੱਢਿਆ ਗਿਆ ਤੁਹਾਨੂੰ ਕੀ ਪਤਾ ਹੈ? ਜਿਹੜਾ ਗਿਲਾਸ ਦੁਬਾਰਾ ਭਰਿਆ ਗਿਆ, ਕੀ ਜਿਹੜਾ ਪਾਣੀ ਤੁਸੀਂ ਪਹਿਲਾਂ ਥੋੜੀ ਦੇਰ ਡੋਲਿਆ ਸੀ ਉਹੋ ਹੀ ਭਰਿਆ ਗਿਆ ਜਾਂ ਹੋਰ ਭਰ ਗਿਆ? ਤੁਹਾਨੂੰ ਕੀ ਪਤਾ ਹੈ? ਪਾਣੀ ਵਿੱਚ ਪਾਣੀ ਰਲ ਗਿਆ। ਜਿਹੜਾ ਪਾਣੀ ਵਿੱਚ ਪਾਣੀ ਰਲ ਗਿਆ, ਕੀ ਦੁਬਾਰਾ ਗਲਾਸ ਭਰਨ ਤੇ ਉਹੋ ਹੀ ਪਾਣੀ ਤੁਹਾਡੇ ਕੋਲ ਆਇਆ ਜਿਹੜਾ ਤੁਸੀਂ ਪਹਿਲਾਂ ਡੋਲਿਆ ਸੀ? ਇਹ ਕਿਸੇ ਕੋਲ ਦਾਵਾ ਨਹੀਂ ਹੈਗਾ। ਤੋ ਸਤਿਗੁਰੂ ਇਸੇ ਕਰਕੇ ਇਹਨਾਂ ਗੱਲਾਂ ਚੋਂ ਸਾਨੂੰ ਬਾਹਰ ਹੀ ਕੱਢ ਦਿੰਦੇ ਆ। ਜੇ ਆਪ ਜੀ ਨੋਟ ਕਰ ਰਹੇ ਹੋ ਤਾਂ ਘਰ ਜਾ ਕੇ ਵੀ ਦਰਸ਼ਨ ਕਰ ਲੈਣਾ। ਕਈ ਵੀਰ ਭੈਣਾਂ ਨਾਲ ਵੀ ਇੱਥੇ ਵੀ ਸਰਚ ਮਾਰਦੇ ਰਹਿੰਦੇ, ਦੇਖਦਾ ਰਹਿਣਾ ਮੈਂ। ਭਗਤ ਨਾਮਦੇਵ ਜੀ ਦਾ ਬਹੁਤ ਮੁਬਾਰਕ ਸ਼ਬਦ ਹੈ ਔਰ ਸਾਨੂੰ ਕਰਮ ਥਿਊਰੀ ਚੋਂ ਬਾਹਰ ਕੱਢਦਾ ਹੈ। ਔਰ ਨਾਮਦੇਵ ਜੀ ਕਹਿੰਦੇ ਨੇ, ਮਾਏ ਨਾ ਹੋਤੀ ਬਾਪ ਨਾ ਹੋਤਾ, कर्म न होती काया, हम नहीं होते तुम नहीं होते, कमन कहाँ ते आया। ਕਿਹੜੇ ਕਰਮਾਂ ਦੀ ਗੱਲ ਕਰਦੇ ਹੋ ਜਦੋਂ ਨਾ ਮਾਂ ਸੀ ਨਾ ਪਿਓ ਸੀ ਨਾ ਹਮ ਸੀ ਨਾ ਤੁਮ ਸੀ, ਜਦੋਂ ਕੁਝ ਵੀ ਨਹੀਂ ਸੀਗਾ ਉਦੋਂ ਸ੍ਰਿਸ਼ਟੀ ਕਿਉਂ ਬਣ ਗਈ? ਉਦੋਂ ਤਾਂ ਜੇ ਕਰਮ ਕਿਸੇ ਨੇ ਕੀਤਾ ਹੀ ਨਹੀਂ ਸੀ, ਨਾ ਚੰਗਾ ਸੀ ਨਾ ਮਾੜਾ ਸੀ। ਸ੍ਰਿਸ਼ਟੀ ਜਿੱਥੋਂ ਸ਼ੁਰੂ ਹੋਈ ਕੀ ਕਰਮਾਂ ਤੋਂ ਸ਼ੁਰੂ ਹੋਈ ਹੈ। ਅਸੀਂ ਹੁਣੇ ਥੋੜੀ ਦੇਰ ਪਹਿਲਾਂ ਵੀ ਪੜ੍ਹ ਰਹੇ ਸੀ, ਇਹ ਜੱਗ ਸੱਚੇ ਕੀ ਹੈ ਕੋਠੜੀ। ਕੀ ਮਾੜੇ ਕੀਤੇ ਕਰਮਾਂ ਕਰਕੇ ਇੱਥੇ ਸਜ਼ਾ ਭੁਗਤਣਾ ਹੈ ਅਸੀਂ? ਜੇ ਸੱਚੇ ਦੀ ਕੋਠੜੀ ਆ ਤੇ ਫਿਰ ਜੇਲ੍ਹ ਕਿਉਂ ਕਹਿੰਦੇ ਆ? ਜੇ ਜੇਲ੍ਹ ਹੈ ਤੇ ਫਿਰ ਸੱਚੇ ਦੀ ਕੋਠੜੀ ਕਿਉਂ ਕਹਿੰਦੇ ਇਹਨੂੰ? ਸਾਨੂੰ ਵਿਚਾਰ, ਅਸੀਂ ਬਹੁਤ ਕੁਛ ਨਾ ਸੁਣਿਆ ਸੁਣਾਇਆ ਰੱਖ ਕੇ ਬੈਠੇ ਹੋਏ ਆ, ਸੁਣਿਆ ਸੁਣਾਇਆ। ਤੋ ਜਿਹੜੀ ਇਹ ਪਿਛਲੇ ਜਨਮਾਂ ਦੇ ਕਰਮਾਂ ਦੀ ਫਿਲਾਸਫੀ ਅਸੀਂ ਨਾਲ ਨਾਲ ਲੈ ਕੇ ਆ ਰਹੇ ਹਾਂ, ਗੁਰਬਾਣੀ ਗੁਰਮਤ ਇਹਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਪ੍ਰਵਾਨ ਨਹੀਂ ਕਰਦੀ। ਸਾਨੂੰ ਉਹਨੂੰ ਵਿਚਾਰਨਾ ਪਏਗਾ, ਸਮਝਣਾ ਪਏਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਮੈਂ ਤੁਹਾਡੇ ਸਾਹਮਣੇ ਭਗਤ ਨਾਮਦੇਵ ਸਾਹਿਬ ਜੀ ਦਾ ਰੱਖ ਦਿੱਤਾ ਹੈ। ਮਾਏ ਨਾ ਹੋਤੀ ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ, ਹਮ ਨਹੀਂ ਹੋਤੇ ਤੁਮ ਨਹੀਂ ਹੋਤੇ, ਕਮਨ ਕਹਾਂ ਤੇ ਆਇਆ। ਇਸ ਕਰਕੇ ਸਾਨੂੰ ਇਹਦੇ ਤੇ ਵੀ ਵਿਚਾਰ ਲੈਣਾ ਚਾਹੀਦਾ ਹੈ। ਤੋ ਇੱਥੇ ਜਿਹੜਾ ਸ਼ਲੋਕ ਅਸੀਂ ਪੜ੍ਹ ਰਹੇ ਹਾਂ, ਵਿੱਚ, ਵਿੱਚ ਦਾ ਅਰਥ ਹੈ ਹਿਰਦੇ ਵਿੱਚ ਹਉ। ਹਿਰਦੇ ਵਿੱਚ ਹਉ, ਔਰ ਹਿਰਦੇ ਵਿੱਚ ਹਉ ਜਦੋਂ ਆਉਂਦੀ ਹੈ ਨਾ, ਉਹਦੇ ਆ ਬਾਕੀ ਪੜਾਅ ਨੇ। ਜਿਸ ਹਿਰਦੇ 'ਚ ਹਉ ਹੈ ਉਹ ਹਿਰਦਾ ਥਿਰ ਨਹੀਂ। ਕਬਹੂ ਜੀੜਾ ਊਬ ਚੜ੍ਹਦਾ ਹੈ, ਕਬਹੂ ਜਾਏ ਪਿਆਲੇ। ਇੱਥੇ ਵੇਖੋ, ਹਉ ਵਿੱਚ ਨਰਕ ਸੁਰਗ ਅਵਤਾਰ, ਵਿੱਚ ਹਉ ਆ, ਕਦੀ ਨਰਕ ਕਦੀ ਸਵਰਗ, ਕਦੀ ਚੰਗਾ ਕਦੀ ਮਾੜਾ। ਹਉ ਕਰਕੇ ਉੱਚਾ ਨੀਵਾਂ ਹੋ ਹੀ ਜਾ ਰਿਹਾ ਹੈ। ਜੇ ਹਉ ਵਿੱਚ ਖਟਿਆ ਤੇ ਹਉ ਵਿੱਚ ਗਿਆ ਵੀ ਆ। ਹਉ ਦੇ ਕਾਰਨ ਕੁਝ ਖਟਿਆ ਹੋਏਗਾ ਨਾ। ਹਉਮੈ ਨੂੰ ਪੱਠੇ ਪਾਉਂਦਾ ਪਾਉਂਦਾ ਬੰਦਾ ਬਹੁਤ ਕੁਝ ਇਕੱਠਾ ਕਰ ਜਾਂਦਾ, ਪਰ ਬਾਬਾ ਜੀ ਨੇ ਦੂਜਾ ਪਾਸਾ ਧਿਆਨ ਦਿਵਾਇਆ। ਕਹਿੰਦੇ ਜੇ ਹਉ ਵਿੱਚ ਆ ਤੂੰ ਪੱਲੇ ਪਾ ਲਿਆ ਇੰਨਾ ਕੁਛ, ਤੇ ਹਉ ਵਿੱਚ ਗਿਆ, ਤੇਰੇ ਕੋਲੋਂ ਹਉ ਦੇ ਕਾਰਨ ਗਿਆ ਵੀ ਤੇ ਕਿੰਨਾ ਕੁਛ ਹੈ, ਉਧਰ ਵੀ ਤੇ ਧਿਆਨ ਦੇ। ਸਾਨੂੰ ਇੱਥੇ ਧਿਆਨ ਚ ਰੱਖਣਾ ਪਏਗਾ, ਵਿੱਚ ਹਿਰਦੇ ਵਿੱਚ ਹਉ ਹੈ। ਹਿਰਦੇ ਵਿੱਚ ਹਉ ਦੇ ਕਾਰਨ ਹੀ ਆ ਸਾਰੀਆਂ ਹਾਲਤਾਂ ਜਿਹੜੀਆਂ ਬੰਦਾ ਭੁਗਤਦਾ ਰਹਿੰਦਾ ਜੀ। ਹਉ ਵਿੱਚ ਜਾਤੀ ਜਿਨਸੀ ਹੋਵੇ, ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਹਾਂ, ਇਹਨੂੰ ਮੋਖ ਮੁਕਤੀ ਦੀ ਕੋਈ ਸਾਰ ਨਹੀਂ, ਕੋਈ ਸਮਝ ਨਹੀਂ। ਇਹ ਤਾਂ ਆਪਣੇ ਰੰਗ ਤਮਾਸ਼ਿਆਂ 'ਚ ਲੱਗਾ ਹੋਇਆ। ਹਉ ਦੇ ਕਾਰਨ ਇਹ ਆਪਣੀ ਸਵਾਦ ਇਹਨੇ ਰਚੇ ਹੋਇਆ, ਉਹਦੇ 'ਚ ਲੱਗਾ ਹੋਇਆ। ਬਾਬਾ ਜੀ ਕਹਿੰਦੇ ਨੇ ਇਹਨੂੰ ਨਾ ਮੋਖ ਮੁਕਤੀ ਦੀ ਸਾਰ ਹੈ ਹੀ ਨਹੀਂ, ਸਮਝ ਹੈ ਹੀ ਨਹੀਂ।
ਕਿ ਕਿੱਦਾਂ ਇਹਦੇ ਚੋਂ ਮੁਕਤ ਹੋਇਆ ਜਾ ਸਕਦਾ ਹੈ, ਕਿੱਦਾਂ ਬੰਧਨ ਤੋੜੇ ਜਾ ਸਕਦੇ, ਕਿੱਦਾਂ ਇਹਦੇ ਚੋਂ ਬਾਹਰ ਨਿਕਲਿਆ ਜਾ ਸਕਦਾ ਹੈ, ਇਹ ਇਹਦੇ ਕੋਲ ਹੈ ਹੀ ਨਹੀਂ। ਮੋਖ ਮੁਕਤ ਕੀ ਸਾਰ ਨਾ ਜਾਣਾ ਜੀ। ਹਾਂ ਵਿੱਚ ਮਾਇਆ, ਹਾਂ ਵਿੱਚ ਛਾਇਆ, ਹਾਂ ਮੈਂ ਕਰ ਕਰ ਜੰਤ ਪਾਇਆ, ਹਾਂ ਮੈਂ ਬੁਝੈ ਤਾਂ ਦਰ ਸੁਝੈ, ਗਿਆਨ ਵਿਹੂਣਾ ਕਤ ਕਤ ਲੂਝੈ। ਹਉਮੈ ਬੂਝੈ, ਜੇ ਹਉਮੈ ਨੂੰ ਬੁੱਝ ਲਵੇ, ਸਮਝ ਲਵੇ ਤਾਂ ਦਰ ਸੂਝੈ, ਤਾਂ ਹੀ ਅਕਾਲ ਪੁਰਖ ਜੀ ਦੇ ਦਰ ਦੀ ਸਮਝ ਆਏਗੀ। ਵਰਨਾ ਗਿਆਨ ਵਿਹੂਣਾ ਕਥ ਕਥ ਲੂਝੈ, ਗਿਆਨ ਤੋਂ ਸਖਣਾ ਬੰਦਾ, ਗਿਆਨ ਤੋਂ ਖਾਲੀ ਬੰਦਾ ਐਵੇਂ ਹੀ ਖਾਪ ਰਿਹਾ, ਐਵੇਂ ਹੀ ਲੁੱਝ ਰਿਹਾ, ਇਹਦੇ 'ਚ ਕੁਛ ਨਹੀਂ ਨਿਕਲਣ ਵਾਲਾ, ਸਿਰਫ ਗੱਲਾਂ ਕਰ ਰਿਹਾ, ਗੱਲਾਂ ਨਾਲ ਕੁਛ ਨਹੀਂ ਹੋਏਗਾ। ਨਾਨਕ ਹੁਕਮੀ ਲਿਖਿਆ ਲੇ, ਜਿਹਾ ਵੇਖੈ ਤੇਹਾ ਵੇਖ ਪਹਿਲਾ ਤੁਝਾ। ਹਮੇ ਯਾ ਜ਼ਾਤ ਹੈ, ਹਮੇ ਕਰਮ ਕਮਾਏ, ਹਮੇ ਬੰਦਨਾ ਫਿਰ ਜੋਨੀ ਪਾਏ। ਹਮੇ ਕਿਥੋਂ ਉਪਜੈ ਕਿਸ ਸੰਜਮ ਏ ਜਾਏ, ਹਮੇ ਹੋ ਹੁਕਮ ਹੈ ਪੈਰ ਚਿਤ ਫਿਰਾਏ। ਹਮੇ ਧੀਰਜ ਰੋਗ ਹੈ दारू पी इस मांगे, कृपा करे जे अपनी ता गुर का शब्द कमाए। नानक कहे सुनो जनो इत संजम दुख जाए पौड़ी। सेव कीती संतोखी जिनी सचो सच त्याया, ओनी बंदा पैर न रखियो कर सुकृत कर्म कमाया। ओनी दुनिया तोड़े बंधना अन पानी थोड़ा खाया, तू बख्शिश रगला नित देव चढ़े सवाया, वड्याई ਵੱਡਾ ਪਾਇਆ। ਹਉਮੈ ਦੀ ਬਾਤ ਸਤਿਗੁਰੂ ਨੇ ਇਹਨਾਂ ਸ਼ਲੋਕਾਂ ਵਿੱਚ ਕੀਤੀ ਔਰ ਨਾਲ ਹੀ ਸਤਿਗੁਰੂ ਜੀ ਨੇ ਆਖਿਆ ਹਉਮੈ ਕਿੱਥੋਂ ਉਪਜੈ ਕਿਤ ਸੰਜਮੇ ਜਾਏ। ਕਿਹੜੇ ਤਰੀਕੇ ਨਾਲ ਇਹ ਹਉਮੈ ਜਾਂਦੀ ਆ, ਜਾਏਗੀ ਕਿਵੇਂ, ਆਉਂਦੀ ਕਿੱਥੋਂ ਆ, ਜਾਏਗੀ ਕਿਵੇਂ। ਤੇ ਨਾਲ ਹੀ ਸਤਿਗੁਰੂ ਆਖਦੇ ਨੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਗੁਰੂ ਕਿਰਪਾ ਕਰੇ ਤੇ ਬੰਦਾ ਗੁਰੂ ਦਾ ਸ਼ਬਦ ਕਮਾਵੇ। ਨਾਨਕ ਕਹੈ ਸੁਣੋ ਜਨੋ ਇਤ ਸੰਜਮ, ਇਸ ਤਰੀਕੇ ਨਾਲ ਦੁੱਖ ਜਾਹੇ। ਇਹ ਹਉਮੈ ਦੇ ਦੁੱਖ ਜਿਹੜੇ ਜੀਵਨ 'ਚ ਪੈਦਾ ਹੁੰਦੇ ਆ, ਇਹ ਇਦਾਂ ਚਲੇ ਜਾਂਦੇ ਆ। ਜਾਂਦੇ ਉਦੋਂ ਆ ਜਦੋਂ ਗੁਰੂ ਦੀ ਕਿਰਪਾ ਨਾਲ ਅਸੀਂ ਸ਼ਬਦ ਨੂੰ ਕਮਾਉਨੇ ਆ। ਧਿਆਨ ਨਾਲ ਦੇਖਿਓ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਕਮਾਹੇ ਕਮਾਉਣਾ, ਤੇ ਮੈਨੂੰ ਨਹੀਂ ਲੱਗਦਾ ਕਿ ਕਮਾਈ ਦੇ ਅਰਥ ਕਿਸੇ ਨੂੰ ਸਮਝਾਉਣ ਦੀ ਲੋੜ ਆ। ਕਮਾਈ ਦਾ ਸਾਨੂੰ ਸਾਰਿਆਂ ਨੂੰ ਪਤਾ ਵੀ ਕਮਾਈ ਕੀ ਹੁੰਦੀ ਆ, ਕਿੱਦਾਂ ਕਮਾਈ ਹੁੰਦੀ ਆ, ਕਮਾਈ ਦੇ ਮਤਲਬ ਕੀ ਆ। ਤਾਂ ਗੁਰੂ ਦੇ ਸ਼ਬਦ ਨੂੰ ਕਮਾਉਣਾ। ਤਾਂ ਨਾਲ ਹੀ ਅਸੀਂ ਇਹ ਵੀ ਧਿਆਨ ਰੱਖ ਲਈਏ ਕਿ ਇੱਥੇ ਗੁਰ ਕਾ ਸ਼ਬਦ ਪੜ੍ਹਾਹੇ ਨਹੀਂ ਆ, ਪਾਠ ਕਰਵਾ ਦਿੱਤਾ ਤੇ ਸਾਰਾ ਟੱਬਰ ਨੇੜੇ ਹੀ ਨਹੀਂ ਗਿਆ। ਇੱਥੇ ਕਿਹਾ ਹੈ ਕਿ ਗੁਰੂ ਦੇ ਸ਼ਬਦ ਨੂੰ ਕਮਾਉਣਾ। ਤੇ ਕਮਾਇਆ ਤਾਂ ਹੁਣ ਤਾਂ ਹੀ ਜਾ ਸਕਦਾ ਤੇ ਅਸੀਂ ਆਪ ਖੁਦ ਪੜਾਂਗੇ, ਆਪ ਅਸੀਂ ਸੁਣਾਂਗੇ, ਸਾਡੇ ਕੰਨਾਂ 'ਚ ਆਏਗਾ, ਸਾਡੀਆਂ ਅੱਖਾਂ ਵੇਖਣਗੀਆਂ, ਸਾਡੀ ਜ਼ੁਬਾਨ ਪੜ੍ਹੇਗੀ, ਤਾਂ ਹੀ ਕਮਾਇਆ ਜਾਏਗਾ। ਜਦੋਂ ਸੁਣਿਆ ਪੜ੍ਹਿਆ ਕੱਖ ਵੀ ਨਹੀਂ, ਨੇੜੇ ਹੀ ਨਹੀਂ ਆਏ ਅਸੀਂ, ਹੈ ਨਾ। ਅਸੀਂ ਤਾਂ ਲੰਗਰ ਚਾਹ 'ਚ ਹੀ ਲੱਗੇ ਰਹਿ ਗਏ, ਤਾਂ ਫਿਰ ਕਮਾਇਆ ਕੀ ਜਾ ਸਕਦਾ। ਅਸੀਂ ਅਖੰਡ ਪਾਠ ਆਰੰਭ ਕਰਾਉਣ ਤੋਂ ਪਹਿਲਾਂ ਵੀ ਇਦਾਂ ਦੇ ਹੀ ਸੀਗੇ, ਅਖੰਡ ਪਾਠ ਦੇ ਭੋਗ ਤੋਂ ਬਾਅਦ ਵੀ ਅਸੀਂ ਇਦਾਂ ਦੇ ਹੀ ਸੀਗੇ। ਫਿਰ ਕੀ ਕਰਵਾਇਆ ਸੀ? ਤੋ ਕੱਲਾ ਭੱਜ ਦੌੜ ਹੀ ਅਖੰਡ ਪਾਠ ਨਹੀਂ ਹੁੰਦਾ। ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਪਏਗਾ ਕਿ ਜੇ ਅਸੀਂ ਪਾਠ ਕਰਵਾ ਰਹੇ ਹਾਂ ਤਾਂ ਪਾਠ ਨੂੰ ਸੁਣਨਾ ਸਮਝਣਾ ਵੀ ਚਾਹੀਦਾ। ਜੇ ਸਤਿਗੁਰੂ ਘਰੇ ਆਏ ਨੇ ਤਾਂ ਸਾਡੇ ਘਰ ਆਉਣ ਤੇ ਸਾਡੇ ਚਾਲ ਚੱਲਣ ਰੱਖ ਰਖਾ ਦੇ ਵਿੱਚ ਕੋਈ ਇੱਕ ਫਰਕ ਵੀ ਪੈਣਾ ਚਾਹੀਦਾ, ਤਾਂ ਹੀ ਸਾਡਾ ਇਹ ਸਾਰਾ ਕੁਝ ਸਫਲ ਹੋਏਗਾ ਨਾ। ਤੇ ਜੇ ਜਿਹੋ ਜੇ ਪਹਿਲਾਂ ਸੀਗੇ ਉਹੋ ਜਿਹੀ ਬਾਅਦ ਵਿੱਚ ਆ, ਫਰਕ ਕੋਈ ਪਿਆ ਹੀ ਨਹੀਂ, ਪਤਾ ਹੀ ਨਹੀਂ ਲੱਗਾ ਵੀ ਅਸੀਂ ਅਖੰਡ ਪਾਠ ਕਰਵਾਇਆ ਵੀ ਆ ਕਿ ਨਹੀਂ ਕਰਵਾਇਆ, ਤਾਂ ਕੀ ਉਸ ਪੜ੍ਹੇ ਸੁਣੇ ਦਾ ਕੀ ਫਾਇਦਾ ਹੋਏਗਾ। ਤੋ ਧਿਆਨ ਰੱਖਣਾ
ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੈ ਸੁਣੋ ਜਨੋ ਇਤ ਸੰਜਮ। ਇਤ ਸੰਜਮ ਇਸ ਤਰੀਕੇ ਨਾਲ ਗੁਰੂ ਦੇ ਸ਼ਬਦ ਨੂੰ ਕਮਾਉਣ ਨਾਲ ਦੁੱਖ ਜਾਹੇ, ਹਉਮੈ ਦੇ ਦੁੱਖ ਚਲੇ ਜਾਂਦੇ ਆ। ਤੋ ਗੁਰੂ ਦੇ ਸ਼ਬਦ ਵਿੱਚ ਵੱਡੀ ਤਾਕਤ ਹੈ ਜੀ। ਸਾਨੂੰ ਇਸ ਪਾਸੇ ਝੁਕਣਾ ਚਾਹੀਦਾ, ਤੁਰਨਾ ਚਾਹੀਦਾ। ਨਾਲ ਹੀ ਪੌੜੀ ਵੱਲ ਵੀ ਤੁਸੀਂ ਧਿਆਨ ਦੇ ਸਕਦੇ ਹੋ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ ਓਨੀ। ਹਾਂ, ਜਿਨ੍ਹਾਂ ਨੇ ਸੰਤੋਖ ਧਾਰਨ ਕੀਤਾ ਤੇ ਗੁਰੂ ਦੀ ਸੇਵਾ ਕੀਤੀ, ਜਿਨ੍ਹਾਂ ਨੇ ਨਿਰੋਲ ਸੱਚ ਨੂੰ ਧਿਆਇਆ, ਓਨੀ ਉਹਨਾਂ ਨੇ ਮੰਦੇ ਪੈਰ ਨਾ ਰੱਖਿਓ। ਉਹ ਮੰਦੇ ਪਾਸੇ ਪੈਰ ਰੱਖਦੇ ਹੀ ਨਹੀਂ। ਕਿਉਂ ਜਾਣਾ ਮੰਦੇ ਪਾਸੇ? ਚਲੋ ਜੇ ਅਸੀਂ ਬਹੁਤਾ ਬਰੀਕੀ ਵਿੱਚ ਨਹੀਂ ਤੇ ਕਮ ਸੋ ਕਮ ਅਸੀਂ ਇੰਨਾ ਕੁ ਤੇ ਕਰ ਸਕਦੇ ਆ ਨਾ, ਜੇ ਸੱਚ ਨੂੰ ਧਿਆਉਨੇ ਆ, ਬਾਣੀ ਪੜ੍ਹਦੇ ਆ ਤਾਂ ਇੰਨਾ ਕੁ ਤੇ ਕਰ ਸਕਦੇ ਆ ਅਸੀਂ ਵਿਆਹਾਂ ਤੇ ਲੱਚਰਪੁਣਾ, ਸ਼ਰਾਬਾਂ, ਇੰਨਾ ਕੁ ਤੇ ਰੋਕੀਏ ਨਾ। ਅਸੀਂ ਬਾਹਰਲਾ ਤੇ ਠੀਕ ਕਰੀਏ ਥੋੜਾ ਬਹੁਤਾ। ਅਸੀਂ ਗੁਰੂ ਵਾਲੇ ਆ, ਫਿਰ ਮੰਦੇ ਪਾਸੇ ਪੈਰ ਕਿਉਂ ਰੱਖੀਏ ਅਸੀਂ? ਕਿਉਂ ਜੀ? ਰੋਕੇ ਜਾ ਸਕਦੇ ਨਾ ਪੈਰ? ਕਿਉਂ ਭਾਈ? ਰੋਕੇ ਜਾ ਸਕਦੇ ਆ ਨਾ। ਜੇ ਅਸੀਂ ਇਹ ਪੜ੍ਹ ਰਹੇ ਹਾਂ ਕਿ ਜਿੰਨੀ ਸੱਚੋ ਸੱਚ ਤੇ ਆਇਆ, ਜੇ ਸੱਚੋ ਸੱਚ ਨਹੀਂ ਤੇ ਆਇਆ ਤਾਂ ਫਿਰ ਰੱਖੀ ਚੱਲੋ, ਫਿਰ ਤਾਂ ਕੋਈ ਰੌਲਾ ਨਹੀਂਗਾ। ਔਰ ਜੇ ਸੱਚੋ ਸੱਚ ਤੇ ਆਇਆ ਓਨੀ ਮੰਦੇ ਪੈਰ ਨਾ ਰੱਖਿਓ। ਕਰ ਸੁਕ੍ਰਿਤ, ਧਰਮ ਦੀ ਕਿਰਤ ਕਰਦੇ ਆ, ਠੀਕ ਹੈ ਜੀ। ਧਰਮ ਦੀ ਕਿਰਤ ਕਰਦੇ ਆ, ਧਰਮ ਕਮਾਇਆ ਉਹਨਾਂ ਨੇ। ਓਨੀ ਦੁਨੀਆ, ਬੋਲਿਓ ਬੋਲਿਓ, ਓਨੀ ਦੁਨੀਆ ਤੋੜੈ ਬੰਧਨਾ। ਫਿਰ ਆ ਨਹੀਂ ਮੰਨਦਾ, ਆ ਨਹੀਂ ਮੰਨਦਾ, ਇਹਦਾ ਕਰਕੇ ਕਰਨਾ ਪਿਆ, ਇਹਦਾ ਕਰਕੇ ਕਰਨਾ, ਫਿਰ ਟੁੱਟ ਜਾਣਗੇ ਬੰਧਨ। ਜੇ ਸੱਚੋ ਸੱਚ ਤੇ ਆਇਆ ਤੇ ਫਿਰ ਰੁੱਸਦਾ ਤੇ ਕੋਈ ਰੁੱਸ ਜਾਏ ਵੀ ਅਸੀਂ ਤਾਂ ਇਦਾਂ ਕਰ ਰਹੇ ਹਾਂ ਤੇ ਕਰ ਰਹੇ ਹਾਂ, ਫਿਰ ਟੁੱਟ ਸਕਦਾ ਨਾ ਬੰਧਨ। ਔਰ ਬਹੁਤਿਆਂ ਵਿਆਹਾਂ ਤੇ ਮਾਸੜ, ਫੁੱਫੜ, ਮੱਸੇ ਰੰਗੜ ਬਣੇ ਹੁੰਦੇ ਆ। ਉਹ ਕਹਿੰਦੇ ਅਸੀਂ ਤਾਂ ਨਹੀਂ ਵਿਆਹ ਆਉਂਦੇ, ਜੇ ਤੁਸੀਂ ਇਦਾਂ ਨਹੀਂ ਕਰਨਾ ਤਾਂ ਫਿਰ ਸਾਡਾ ਉੱਥੇ ਆਉਣ ਦਾ ਕੀ ਫਾਇਦਾ? ਜੇ ਜਵਾਈ ਭਾਈ ਦੀ ਤੁਸੀਂ ਰੱਖਣੀ ਨਹੀਂ, ਜਵਾਈ ਭਾਈ ਦੀ ਕੋਈ ਕਹੀ ਹੋਈ ਮੰਨਣੀ ਨਹੀਂ, ਤੇ ਫਿਰ ਸਾਡਾ ਆਉਣ ਦਾ ਕੀ ਫਾਇਦਾ? ਤੋ ਫਿਰ ਪਰਿਵਾਰਾਂ ਵਾਲੇ ਕਹਿ ਦਿੰਦੇ ਆ ਕੀ ਕਰੀਏ ਜੀ, ਪ੍ਰਾਹੁਣਾ ਆਖੇ ਨਹੀਂ ਲੱਗਿਆ, ਉਹ ਕਹਿੰਦਾ ਸੀ, ਉਹਨੇ ਜ਼ੋਰ ਦਿੱਤਾ, ਫਿਰ ਹੁਣ ਪ੍ਰਾਹੁਣਾ ਛੱਡਿਆ ਵੀ ਤੇ ਨਹੀਂ ਨਾ ਜਾ ਸਕਦਾ, ਇੱਜ਼ਤ ਦਾ ਮਸਲਾ ਆ। ਤੇ ਬਹੁਤਿਆਂ ਥਾਵਾਂ ਤੇ ਮਾਸੜ, ਫੁੱਫੜ, ਮੱਸੇ ਰੰਗੜ ਬਣ ਜਾਂਦੇ ਆ। ਤਾਂ ਫਿਰ ਮੱਸੇ ਰੰਗੜ ਨਾਲ ਕਿੱਦਾਂ ਹੋ ਸਕਦੀ ਉਹ ਸਾਨੂੰ ਸੋਚ ਲੈਣਾ ਚਾਹੀਦਾ। ਔਖਾ ਆ ਮਸਲਾ, ਪਰ ਮੱਸੇ ਰੰਗੜ ਨਾਲ ਕੀ ਹੋ ਸਕਦਾ ਸੋਚਿਆ ਜਾ ਸਕਦਾ। ਵੱਡਿਆ ਨਾ ਜਾਵੇ, ਚਲੋ ਛੱਡਿਆ ਤੇ ਜਾ ਸਕਦਾ। ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਜਾਨੀ ਲੋੜ ਮੁਤਾਬਕ। ਤਾਂ ਮੈਨੂੰ ਸਿੱਦਕੀ ਸਾਹਿਬ ਦੀਆਂ ਉਹ ਲਾਈਨਾਂ ਯਾਦ ਨੇ। ਉਹ ਆਮ ਤੌਰ ਤੇ ਕਹਿੰਦੇ ਸੀ, ਕਹਿੰਦੇ ਕਿਸੇ ਵਿਦਵਾਨ ਦੇ ਬੋਲਿਆ, ਖਾਦੇ ਉਤੋਂ ਖਾਵਣਾ ਲਾਹਣਤੀਆਂ ਦਾ ਕੰਮ। ਢਿੱਡ ਭਰਿਆ, ਸਵਾਦ ਸਵਾਦ ਬਦਲੇ ਫੇਰ ਖਾ ਜਾਂਦੇ ਆ। ਫਿਰ ਕਹਿੰਦੇ ਅਫਾਰਾ ਹੋ ਗਿਆ, ਫਿਰ ਕਹਿੰਦੇ ਐ ਹੋ ਗਿਆ, ਆਹ ਹੋ ਗਿਆ, ਮੈਨੂੰ ਸਾਹ ਨਹੀਂ ਆਉਂਦਾ, ਮੈਨੂੰ ਏਦਾਂ ਗੋਲੀ ਦਿਓ, ਆਹ। ਖਾਦੇ ਉਤੋਂ ਖਾਵਣਾ ਲਾਹਣਤੀਆਂ ਦਾ ਕੰਮ। ਲੋੜ ਆ ਤੇ ਖਾ ਲਓ, ਨਹੀਂ ਲੋੜ ਤਾਂ ਛੱਡ ਦਿਓ, ਕੋਈ ਗੱਲ ਨਹੀਂ। ਪਚਦਾ ਤੇ ਠੀਕ ਆ, ਨਹੀਂ ਤੇ ਛੱਡਿਆ ਜਾ ਸਕਦਾ। ਜਿਉਣ ਲਈ ਖਾਣਾ, ਖਾਣ ਲਈ ਨਹੀਂ ਜਿਉਣਾ। ਬਹੁਤ ਵੱਡਾ ਫਰਕ ਪੈ ਜਾਏਗਾ। ਜਿਉਣ ਲਈ ਖਾਣਾ ਹੈ, ਜਿਉਂਦੇ ਰਹਿਣ ਲਈ ਜੋ ਠੀਕ ਲੱਗਦਾ ਖਾਓ, ਪਰ ਖਾਣ ਲਈ ਜਿਉਂਦੇ ਆ। ਮੈਂ ਤਾਂ ਬੜੀ ਅਚਰਜ ਖੇਡ ਬਣ ਜਾਏਗੀ, ਔਖਾ ਕੰਮ ਹੋ ਜਾਂਦਾ। ਅੰਨ ਪਾਣੀ ਥੋੜਾ ਖਾਇਆ ਦਾ ਮਤਲਬ ਲੋੜ ਮੁਤਾਬਕ, ਜੋ ਠੀਕ ਲੱਗਦਾ, ਜੋ ਜੱਚਦਾ, ਜੋ ਸਰੀਰ ਨੂੰ ਫਿੱਟ ਹੈ ਉਹ ਖਾ ਲਓ, ਜੋ ਨਹੀਂ ਫਿੱਟ ਹੋ ਰਿਹਾ ਉਹ ਛੱਡ ਦਿਓ। ਇਹ ਕੋਈ ਰਸਮ ਪੂਰਤੀ ਨਹੀਂ ਕਿ ਜੋ ਵੱਜਿਆ ਉਹ ਸਾਰਾ ਖਾ ਕੇ ਹੀ ਹਟਣਾ ਤੇ ਫਿਰ ਗੋਲੀਆਂ ਖਾਣੀਆਂ, ਨਹੀਂ, ਜ਼ਰੂਰੀ ਨਹੀਂਗਾ।
ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੈਂ, ਚੜ੍ਹੈ ਸਵਾਇਆ ਵਡਿਆਈ ਵੱਡਾ ਪਾਇਆ। ਇੱਥੇ ਤੱਕ 7 ਪੌੜੀਆਂ ਹੋਈਆਂ ਜੀ। ਅਸੀਂ ਇੱਥੇ ਕੀ ਇਹਦੀ ਬ੍ਰੇਕ ਕਰ ਰਹੇ ਹਾਂ।